ਵਾਹਿਗੁਰੂ। ਸਾਹਿਬ ਜੀਓ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਸ੍ਰੀ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰਉ ਅੰਗਦ ਦੁਖ ਨਿਕੰਦਨ। ਗੁਰ ਅਮਰਦਾਸ ਹਿਰਦੈ ਨਿਤ ਧਿਆਉ ਜੀ, ਹਿਰਦੈ ਨਿਤ ਧਿਆਉ। ਸ੍ਰੀ ਗੁਰੂ ਰਾਮਦਾਸ ਗੁਣ ਗਾਉ। ਗੁਰ ਅਰਜਨ ਵਿਗਨਨ ਕੇ ਨਾਸ਼ਕ, ਵਿਗਨਨ ਕੇ ਨਾਸ਼ਕ। ਸ੍ਰੀ ਹਰਿਗੋਬਿੰਦ ਸੁਭ ਸੁਮਤਿ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਹੋਰੀ। ਗੁਰ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੁ ਤਰਾ ਤਰ ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਬੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਤ, ਬੰਦੋਂ ਕਰ ਅਨਰਾਗ। ਏਕ ਓੰਕਾਰ ਸਤਿਗੁਰੂ, ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ ਕੀ ਫਤਿਹ ਹੈ। ਵਿਘਨ ਵਿਨਾਸ਼ਨ ਸੋਈ। ਵਾਹਿਗੁਰੂ ਜੀ। ਚਰਨ ਤੰਤ ਚਾਪ ਤੰਤ ਵੀਰ, ਖੜਤੰਤ ਬੋਲ ਖੜਤੰਤ ਵੀਰ। ਹਰ ਤੰਤ ਕਾਲ ਖੜਤੰਤ ਤੇਗ, ਸ਼ੁਭਤੰਤ ਲਹੂ ਦਰਦੰਤ ਵੇਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੀਨ ਦੁਨੀ ਦੇ ਮਾਲਕ ਭਗਤ ਵਸ਼ਲ 10 ਗੁਰੂ ਸਾਹਿਬਾਨ ਦੇ ਆਤਮਿਕ ਸਰੂਪ
ਕਲਯੁਗੀ ਜੀਵਾਂ ਨੂੰ ਤਾਰਨ ਹਾਰੇ। ਜਗਤ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਮੁਕੱਦਸ ਪਵਿੱਤਰ ਹਜ਼ੂਰੀ ਅੰਦਰ ਬਾਣੀ ਕੇ ਬੋਹੇ ਥੇ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਔਰ ਮੇਰੀ ਪੀਰੀ ਦੇ ਮਾਲਕ ਦਾਤਾ ਬੰਦੀ ਛੋੜ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ, ਤਿੰਨਾਂ ਦੇ ਚਰਨ ਛੋਹ ਪਾਵਨ ਇਤਿਹਾਸਕ ਅਸਥਾਨ ਗੁਰਦੁਆਰਾ ਸ਼੍ਰੀ ਛੇਹਰਟਾ ਸਾਹਿਬ ਵਿਖੇ ਰੋਜ਼ਾਨਾ ਦੀ ਤਰ੍ਹਾਂ ਸ਼ਾਮ ਦੇ ਵੇਲੇ ਦੇ ਦੀਵਾਨਾਂ ਦੀ ਆਰੰਭਤਾ ਹੋਈ ਹੈ ਔਰ ਆਪ ਸਮੂਹ ਸੰਗਤ ਹਰ ਰੋਜ਼ ਦੀ ਤਰ੍ਹਾਂ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੇ ਹੋ ਔਰ ਬੇਅੰਤ ਸੰਗਤ ਸੰਗਰਾਂਦ ਦੇ ਦਿਨ ਨੂੰ ਮੁੱਖ ਰੱਖਦਿਆਂ ਹੋਇਆਂ ਵੀ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰ ਰਹੀ ਹੈ। ਸ਼ਾਮ ਦੇ ਦੀਵਾਨਾਂ ਦੇ ਵਿੱਚ ਸਭ ਤੋਂ ਪਹਿਲਾਂ ਲੜੀਵਾਰ ਗੁਰ ਇਤਿਹਾਸ ਦੀ ਕਥਾ ਵਿਚਾਰ ਆਪਾਂ ਸਰਵਣ ਕਰਦੇ ਹਾਂ। ਉਪਰੰਤ ਗੁਰਬਾਣੀ ਦੇ ਕੀਰਤਨ ਦੀ ਆਰੰਭਤਾ ਹੁੰਦੀ ਹੈ। ਸਤਿਗੁਰੂ ਜੀ ਬਖਸ਼ਿਸ਼ ਕਰਨ ਭਾਵਨਾ ਸਹਿਤ ਗੁਰੂ ਕੇ ਚਰਨਾਂ ਦੇ ਵਿੱਚ ਬੈਠ ਕੇ ਗੁਰ ਇਤਿਹਾਸ ਸਰਵਣ ਕਰਕੇ ਲਾਹਾ ਪ੍ਰਾਪਤ ਕਰੀਏ। ਚੱਲ ਰਹੇ ਇਤਿਹਾਸ ਦੇ ਵਿੱਚ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੀਵਨ ਦਾ ਤੀਸਰਾ ਜਿਹੜਾ ਜੰਗ ਮਹਿਰਾਜ ਦੀ ਧਰਤੀ ਤੇ ਸਤਿਗੁਰਾਂ ਨੇ ਲੜਿਆ ਹੈ। ਸ਼ਾਹਜਹਾਨ ਬਾਦਸ਼ਾਹ ਦੀ ਫੌਜ ਦੇ ਨਾਲ ਲੱਲਾ ਬੇਗ ਦੀ ਅਗਵਾਈ ਦੇ ਵਿੱਚ 35,000 ਜਿਹੜੀ ਸੈਨਾ ਚੜ੍ਹ ਕੇ ਆਈ ਹੈ। ਉਸ ਜੰਗ ਦਾ ਵਿਸਥਾਰ ਆਪ ਸਮੂਹ ਸੰਗਤ ਸਰਵਣ ਕਰ ਰਹੇ ਹੋ। ਇਸ ਜੰਗ ਦਾ ਕਾਰਨ ਇਹ ਬਣਿਆ ਹੈ ਕਿ ਬਾਦਸ਼ਾਹ ਦੇ ਵੱਲੋਂ ਬਾਦਸ਼ਾਹ ਦੇ ਅਹਿਲਕਾਰਾਂ ਦੇ ਵੱਲੋਂ ਕੁਝ ਸਮਾਂ ਪਹਿਲਾਂ ਸਤਿਗੁਰਾਂ ਦੀ ਭੇਟਾ ਦੇ ਵਿੱਚ 2 ਘੋੜੇ ਦਿਲਬਾਗ ਤੇ ਗੁਲਬਾਗ ਗੁਰੂ ਕੀ ਸੰਗਤ ਲੈ ਕੇ ਆ ਰਹੀ ਸੀ। ਬਾਦਸ਼ਾਹ ਦੇ ਅਹਿਲਕਾਰਾਂ ਨੇ ਖੋਹ ਲਏ ਸਨ ਤੇ ਬਾਬਾ ਵਿਧੇ ਚੰਦ ਜੀ ਸਤਿਗੁਰਾਂ ਦੇ ਥਾਪੜੇ ਦੇ ਨਾਲ ਬਾਦਸ਼ਾਹ ਦੇ ਕਿਲੇ ਦੇ ਵਿੱਚੋਂ ਲਾਹੌਰ ਦੇ ਵਿੱਚੋਂ ਵਾਰੀ-ਵਾਰੀ ਜਾ ਕਰਕੇ ਉਹ ਘੋੜੇ ਲੈ ਆਏ ਸਨ। ਇਸ ਘੋੜੇ ਕਿਲੇ ਦੇ ਵਿੱਚੋਂ ਜਾਣ ਕਰਕੇ ਬਾਦਸ਼ਾਹ ਬਹੁਤ ਗੁੱਸੇ ਦੇ ਵਿੱਚ ਆ ਗਿਆ। 35,000 ਦੀ ਜਿਹੜੀ ਫੌਜ ਭੇਜੀ ਗਈ ਹੈ। ਲੱਲਾ ਬੇਗ ਨੇ ਆਉਂਦਿਆਂ ਸਾਰ ਰਾਤੋਂ ਰਾਤ 3 ਦਿਨ ਦਾ ਸਫ਼ਰ ਤੈਅ ਕਰਕੇ ਮਾਲਵੇ ਦੇ ਵਿੱਚ ਪਹੁੰਚੀ ਹੈ ਫੌਜ ਲਾਹੌਰ ਤੋਂ, ਤੇ 35,000 ਦੀ ਫੌਜ ਨੇ ਰਾਤ ਹਮਲਾ ਕੀਤਾ। ਤੇ ਗੁਰੂ ਕੇ ਸਿੱਖਾਂ ਦੀ ਇਤਨੀ ਤਗੜੀ ਤਿਆਰੀ ਹੈ ਕਿ ਰਾਤੋਂ ਰਾਤ 35,000 ਦੇ ਵਿੱਚੋਂ 25,000 ਜਿਹੜੀ ਫੌਜ ਹੈ ਉਹ ਸੋਹਣੇ ਢੰਗ ਦੇ ਨਾਲ ਕੀਤੀ ਹੋਈ ਮੋਰਚਾਬੰਦੀ ਦੇ ਕਰਕੇ ਘੇਰੇ ਦੇ ਵਿੱਚ ਦੁਸ਼ਮਣ ਫਸਿਆ ਹੈ। ਇੰਨਾ ਵੱਡਾ ਨੁਕਸਾਨ ਦਿਨ ਚੜ੍ਹਨ ਤੋਂ ਪਹਿਲਾਂ ਗੁਰੂ ਕੇ ਸਿੱਖਾਂ ਨੇ ਅੱਧਿਓਂ ਵੱਧ ਜਿਹੜਾ ਮੈਦਾਨ ਹੈ ਜਿੱਤ ਲਿਆ ਹੈ। ਦਿਨ ਚੜ੍ਹਨ ਦਾ ਜੰਗ ਜਿਹੜਾ ਉਹ ਆਰੰਭ ਹੋਇਆ ਹੈ ਤੇ ਜਿਸ ਵਿੱਚ ਸਭ ਤੋਂ ਪਹਿਲਾਂ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਜਿਹੜਾ ਕਾਂਬਰੀ ਬੇਗ ਹੈ, ਲੱਲਾ ਬੇਗ ਦੀ ਭੈਣ ਦਾ ਪੁੱਤਰ ਜਿਹੜਾ ਬਹੁਤ ਸੂਰਬੀਰ ਯੋਧਾ ਸਰੀਰ ਕਰਕੇ ਬਲੀ ਹੈ ਪੈਂਦੇ ਖਾਨ ਦੇ ਵਾਂਗ, ਇਹਦਾ ਮੁਕਾਬਲਾ ਛੇਵੇਂ ਪਾਤਸ਼ਾਹ ਜੀ ਦੇ ਨਾਲ ਹੋਇਆ ਹੈ। ਇਹਨੇ ਸਤਿਗੁਰਾਂ ਨੂੰ ਵੰਗਾਰਿਆ ਸੀਗਾ ਤੇ ਸਤਿਗੁਰਾਂ ਨੇ ਇਤਨਾ ਜ਼ੋਰ ਦੇ ਨਾਲ ਇਹਦੇ ਤੇ ਵਾਰ ਕੀਤਾ ਹੈ। ਪਹਿਲਾ ਜਿਹੜਾ ਜਰਨੈਲ ਸੀਗਾ ਸਤਿਗੁਰਾਂ ਨੇ ਚੀਰ ਕੇ ਧਰਤੀ ਤੇ ਸੁੱਟ ਦਿੱਤਾ ਹੈ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਉਸ ਤੋਂ ਬਾਅਦ ਇੱਕ ਕੰਬਰ ਬੇਗ ਆ, ਲੱਲਾ ਬੇਗ ਦਾ ਜਿਹੜਾ ਭਰਾ ਸੀਗਾ ਉਹ ਅੱਗੇ ਵਧਿਆ, ਜਿਹਨੂੰ ਰਾਏ ਜੋਧ ਨੇ
बहुत वड्डा वार करके धरती ते डेग के घमसान दे युद्ध तो बाद दूसरा जरनैल भी लल्ला बेग दा मारिया गया। फिर इहदा एक पुत्र अगे वधिया कासम बेग, उसनों सतगुरां दे सिख भाई लखू ने, जिहड़ा सतगुरां दे शस्त्र चुक के नाल नाल विचरदा है, सतगुरां दे नाल रहिंदा है। बाबा बिधि चंद जी अगे वध के लड़ रहे सन। इस गुरु के प्यारे सिख ने वर्षी दे नाल वार करके लल्ला बेग दा जिहड़ा वड्डा पुत्र है उन्होंने भी जंग के मैदान दे विच डेग दिता है, खत्म कर दिता है। 3 जरनैल लल्ला बेग दे जिहड़े नामवर सन, महान सन, सतगुरां ने और सतगुरां दे सिखां ने जंग के मैदान दे विच डेग दिते हैं। और हुण एक समश बेग जिहड़ा लल्ला बेग दा छोटा पुत्र है, ये जंग के मैदान दे विच अगे वधिया है। तो उधरों गुरु का जरनैल बाबा बिधि चंद, भाई जेठा, इस तरह भाई लखू और राय जोध, सलेम शाह, बेअंत होर गुरु के जरनैल भी जंग के मैदान दे विच डटे हुए सन। ते भाई जेठा जी ने फुरती दे नाल, काली दे नाल अगे जा करके लल्ला बेग नूं खत्म करन दा यतन कीता है, जोर दे नाल वार कीता। लल्ला बेग दी किस्मत काम कर गई, वार सिर ते लग्या लोहे दे टोप दे विच, लल्ला बेग दी जान बच गई है। और फिर इन्हां ने और लल्ला बेग ते लल्ला बेग दे साथियां ने जिहड़ा 100 वड्डा जरनैल लल्ला बेग दे नाल है, इन्हां ने रल के ते गुरु का सिख भाई जेठा ये जंग के मैदान दे विच बड़ा अगे वधिया होया है। ते भाई जेठा जी नूं इन्हां ने घेर लिया है। ते घेर करके ते इहदे उपर वार करन दा यतन करदे हन। भाई जेठा जी ने चोखा समा अपने आप नूं बचा के रखिया घेरे दे विच, ते नाल नाल बड़ी चुस्ती दे नाल, फुर्ती दे नाल वार भी कीते हन। आखिरकार एक अली बेग, अली खां, जिसने जोर दे नाल भाई जेठा जी दे उपर वार किया, वक्खी दे विच भाई जेठा जी एक बारी धरती ते डिगे हन। ते ये अपना नेजा पुट के भाई जेठा जी दे शरीर दे विचों तुरन लगा, पर भाई जेठा जी ने उस वेले अपने शरीर नूं संभाल के इहदे उपर ऐसा वार किया कि अली खान नूं भी जिहड़ा जरनैल है लल्ला बेग दा, इनू धरती ते विछा दिता है। फिर होर लल्ला बेग दे जरनैल नेड़े आए, उन्होंने भाई जेठा जी नूं घेर के ते रल के तीरां दे नाल, बरछियां दे नाल इतने को वार कीते हन। भाई जेठा जंग के मैदान दे विच डिग्या है, ते डिग के कई फट खा के पुरजा पुरजा हो करके धरती ते डिग के शरीर नूं छड्ड गया है। भाई जेठे ने जंग के मैदान दे विच पहला गुरु का वड्डा जरनैल है, जिस जरनैल ने दुश्मनां दे 3 वड्डे जरनैल धरती ते डिगे हन। इधर गुरु का सिख भी जिहड़ा सैनापति है, ये भी धरती ते डिग्या, प्राणा दा अंत होया, शहादत दा जाम पी गया है। ते जद भाई जेठा जी डिगे हन, उधर सामने जाति मलक जिहड़ा गुरु का जरनैल है, इन्हें देखा है ते भाई जेठे वाली जगह खाली हुई है, एक काली दे नाल घोड़े नूं अड्डी ला करके ते उत्थे आ गया है, जिथे लल्ला बेग दा पुत्र समश बेग लड़ रहा है अगे हो करके। इधर गुरु का प्यारा सिख भाई जाति मलक अगे वधिया है, और इहदे मन दे विच हुण इच्छा है कि इन्हां ने साडा जरनैल भाई जेठा मिट्टी दे विच मिला दिता है, असीं हुण इन्हां नूं छड्डांगे नहीं। गुरु का सिख बड़ी तेजी दे नाल अपनी कमान के उपर तीर चला के तिल्ले ते काली दे नाल छड्ड रहा है। इहदे नाल जिहड़े कुछ साथी हन वो जोर दे नाल गोलियां दा प्रहार कर रहे हन, ते बिजली दे वांग तेज जंग के मैदान वाले पासे अगे वध के ये लल्ला बेग दा जिहड़ा पुत्र है अगे हो के लड़ रहा है, उहदे वाले पासे नूं वध रहे हैं गुरु के सिख। जंग का जिहड़ा मैदान है वो हुण अंत वाले पासे, सिखर वाले पासे जा रहा है।
ਕੁਝ ਕੁ ਪਲਾਂ ਤੋਂ ਬਾਅਦ ਜਿਹੜਾ ਨਤੀਜਾ ਉਹ ਸਾਹਮਣੇ ਆਏਗਾ। ਅਖੀਰਲਾ ਸਮਾਂ ਹੈ ਔਰ ਤਕਰੀਬਨ ਲੱਲਾ ਬੇਗ ਦਾ ਇੱਕੋ ਇੱਕ ਜਿਹੜਾ ਜਰਨੈਲ ਪੁੱਤਰ ਜਿਹੜਾ ਉਹਦਾ ਆਪਣਾ ਛੋਟਾ ਉਹ ਹੀ ਬਚਿਆ ਹੋਇਆ ਹੈ, ਉਹ ਅੱਗੇ ਵੱਧ ਕੇ ਲੜ ਰਿਹਾ ਹੈ। ਭਾਈ ਜਾਤੀ ਮਲਕ ਉਹਦੇ ਵੱਲ ਵਧਿਆ ਹੈ। ਸਾਹਮਣੇ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਵੀ ਡਟੇ ਹੋਏ ਹਨ। ਆਓ ਇਸ ਤੋਂ ਜਿਹੜਾ ਅਗਲੇਰਾ ਪ੍ਰਸੰਗ ਹੈ ਭਾਵਨਾ ਸਹਿਤ ਸਰਵਣ ਕਰਦੇ ਆ। ਇੱਕ ਵਾਰੀ ਸਾਰੀ ਸੰਗਤ ਗੁਰੂ ਕੇ ਚਰਨਾਂ ਦੇ ਵਿੱਚ ਹਾਜ਼ਰੀ ਭਰਦੇ ਹੋਏ ਫਤਿਹ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਹਿਣ ਲੱਗੇ ਕਿ ਹੁਣ ਜੰਗ ਦੇ ਮੈਦਾਨ ਦਾ ਹਾਲਤ ਇਤਨੀ ਭਿਆਨਕ ਬਣੀ ਹੋਈ ਹੈ ਕਿ ਅਖੀਰਲਾ ਸਮਾਂ ਜਾਣਦਿਆਂ ਹੋਇਆਂ ਦੋਨਾਂ ਦਲਾਂ ਨੂੰ ਪਤਾ ਹੈ ਕਿ ਹੁਣ ਜੰਗ ਸਿਖਰ 'ਤੇ ਹੈ। ਜਿਹੜਾ ਵੀ ਦਲ ਥੋੜ੍ਹੀ ਵੀ ਢਿੱਲ ਕਰੇਗਾ ਉਹਦਾ ਪਾਸਾ ਹੌਲਾ ਪੈ ਸਕਦਾ ਹੈ, ਕਿਉਂਕਿ 94 ਜਰਨੈਲ ਦੋਨਾਂ ਪਾਸੇ ਹਨ। ਅਖੀਰਲਾ ਸਮਾਂ ਹੈ, ਇੱਕ ਦੂਜੇ ਦੇ ਉੱਪਰ ਜਿੱਤ ਪ੍ਰਾਪਤ ਕਰਨੀ ਚਾਹੁੰਦੇ ਹਨ, ਛੇਤੀ ਦੇ ਨਾਲ ਸਾਡੀ ਜਿੱਤ ਹੋ ਜਾਵੇ। ਦੂਜੇ ਕਹਿੰਦੇ ਹਨ ਸਾਡੀ ਜਿੱਤ ਹੋ ਜਾਵੇ। ਇਸ ਕਰਕੇ ਕਹਿਣ ਲੱਗੇ ਕਿ ਹੁਣ ਕਾਲੀ ਦੇ ਨਾਲ ਠਹਿਰੰਤ ਮਰਤ ਪਹਿਰੰਤ ਭਾਗ, ਜਿਹੜੇ ਜੰਗ ਦੇ ਮੈਦਾਨ ਦੇ ਵਿੱਚ ਥੋੜ੍ਹਾ ਜਿਹਾ ਟਿਕਦੇ ਹਨ, ਅੱਗੇ ਹੋ ਕੇ ਖਲੋਣ ਦਾ ਯਤਨ ਕਰਦੇ ਹਨ, ਉਹਨਾਂ ਦੇ ਸੀਨੇ ਦੇ ਵਿੱਚ ਬਰਸ਼ੀਆਂ ਤੀਰ ਅਤੇ ਗੋਲੀਆਂ ਦੇ ਵਾਰ ਵੱਜਦੇ ਹਨ, ਉਹ ਧਰਤੀ 'ਤੇ ਡਿੱਗ ਜਾਂਦੇ ਹਨ। ਜਿਹੜਾ ਠਹਿਰਦਾ ਹੈ ਉਹ ਮਰਦਾ ਹੈ, ਅਤੇ ਜਿਹੜਾ ਡਰਦਾ ਹੈ ਜਿਹਦੇ ਮਨ ਦੇ ਵਿੱਚ ਦੇਖ ਕੇ ਇਤਨਾ ਜ਼ੋਰ ਲੋਹੇ 'ਤੇ ਲੋਹਾ ਵੱਜ ਰਿਹਾ, ਗੋਲੀਆਂ ਦੇ ਵਾਰ ਤੀਰਾਂ ਦੇ ਵਾਰ ਹੋ ਰਹੇ ਹਨ, ਅਤੇ ਢਾਲ 'ਤੇ ਕਿਰਪਾਨ ਵੱਜਣ ਦੇ ਨਾਲ ਅੱਗ ਪੈਦਾ ਹੋ ਰਹੀ ਹੈ। ਐਸੇ ਭਿਆਨਕ ਹਾਲਾਤ ਨੂੰ ਦੇਖਦਿਆਂ ਹੋਇਆਂ ਕਈ ਜਿਹੜੇ ਸੂਰਮੇ ਸਨ ਉਹ ਹੌਲੀ ਹੌਲੀ ਪਿਛਾਂਹ ਹਟ ਕੇ ਆਪਣਾ ਬਚਾਅ ਕਰ ਰਹੇ ਹਨ। ਜੰਗ ਦਾ ਮੈਦਾਨ ਛੱਡ ਕੇ ਕੁਛ ਦੌੜਨਾ ਵੀ ਸ਼ੁਰੂ ਹੋ ਗਏ ਹਨ। ਤੇ ਕਹਿਣ ਲੱਗੇ ਕਿ ਹੁਣ ਜੰਗ ਦੇ ਮੈਦਾਨ ਦੇ ਵਿੱਚ ਬਹਿਕੰਤ ਖੜਗ ਜਿਨ ਸ਼੍ਰੋਣ ਲਾਗ, ਕਈ ਜਿਨ੍ਹਾਂ ਦੇ ਸਰੀਰ ਦੇ ਉੱਪਰ ਵੱਡੇ ਵਾਰ ਹੋਏ ਹਨ। ਜੰਗ ਦੇ ਮੈਦਾਨ ਦੇ ਵਿੱਚ ਖੂਨ ਧਰਤੀ 'ਤੇ ਡਿੱਗ ਰਿਹਾ ਹੈ ਅਤੇ ਉਹ ਇੱਕ ਪਾਸੇ ਹੋ ਕੇ ਬੈਠ ਗਏ ਹਨ। ਅਤੇ ਬਹੁਤ ਵੱਡੀ ਮਾਰ ਇਸ ਤਰ੍ਹਾਂ ਮੱਚੀ ਹੈ। ਅਖੀਰਲਾ ਸਮਾਂ ਹੈ ਅਤੇ ਹਰੇਕ ਦੇ ਮਨ ਦੇ ਵਿੱਚ ਇੱਛਾ ਹੈ ਕਿ ਛੇਤੀ ਇਹ ਦਲ ਖਤਮ ਕਰਕੇ ਜਿੱਤ ਦੇ ਨਗਾਰੇ ਵਜਾਈਏ। ਅਤੇ ਕਹਿਣ ਲੱਗੇ ਕਿ ਹੁਣ ਘਮਸਾਨ ਦੀ ਜਿਹੜੀ ਮਾਰ ਹੈ ਉਹ ਮੱਚੀ ਹੋਈ ਹੈ। ਤੇ ਕਹਿਣ ਲੱਗੇ ਵੱਡੀ ਗਿਣਤੀ ਦੇ ਵਿੱਚ ਕਹਿੰਦੇ ਕਹਾਉਂਦੇ ਜਿਹੜੇ ਵੀਰ ਸੂਰਮੇ ਸਨ ਉਹ ਧਰਤੀ 'ਤੇ ਬੇਗਿਣਤ ਡਿੱਗ ਰਹੇ ਹਨ। ਤੇ ਉਸੇ ਵੇਲੇ ਗੁਰੂ ਕਾ ਜਰਨੈਲ ਬਾਬਾ ਜੇਠਾ ਜੀ ਨੂੰ ਸ਼ਹੀਦੀ ਦਾ ਜਾਮ ਪੀਂਦਿਆਂ ਹੋਇਆਂ ਦੇਖ ਕੇ ਬੜਾ ਗੁੱਸੇ ਦੇ ਵਿੱਚ ਆਇਆ ਹੈ ਭਾਈ ਜਾਤੀ ਮਲਕ। ਤੇ ਉਸੇ ਵੇਲੇ ਇਹਨੇ ਜਿਹੜੇ ਦੁਸ਼ਮਣ ਹਨ ਉਹਨਾਂ ਦੇ ਦਲ ਵੱਲ ਵਧਿਆ ਹੈ ਅਤੇ ਨੇੜੇ ਜਾ ਕਰਕੇ ਵੱਡੇ ਵਾਰ ਕੀਤੇ ਹਨ। ਤੇ ਕਹਿਣ ਲੱਗੇ ਕਿ ਹੁਣ ਉਸ ਵੇਲੇ ਪਿੱਖ ਸ਼ਮਸ਼ ਵੇਗ ਕੇ ਘਾਲ ਘਾਏ। ਇਹਨੇ ਦੇਖਿਆ ਹੈ ਕਿ ਸ਼ਮਸ਼ ਵੇਗ ਲੱਲਾ ਬੇਗ ਦੇ ਜਰਨੈਲਾਂ ਨੇ ਕੁਝ ਸਮਾਂ ਪਹਿਲਾਂ ਸਾਡਾ ਵੱਡਾ ਜਰਨੈਲ ਧਰਤੀ 'ਤੇ ਡਿੱਗਿਆ ਹੈ। ਤੇ ਇਹ ਗੁਰੂ ਕਾ ਜਰਨੈਲ ਢਾਲ ਅੱਗੇ ਕਰਕੇ ਆਪਣੇ ਆਪ ਦੀ ਰੱਖਿਆ ਕਰਕੇ ਅੱਗੇ ਵੱਧ ਰਿਹਾ ਹੈ। ਤੇ ਇਹਨੇ ਜੰਗ ਦੇ ਮੈਦਾਨ ਦੇ ਵਿੱਚ ਘੋੜਾ ਦੂਰ ਲਿਜਾ ਕਰਕੇ ਤੇ ਫਿਰ ਕਾਹਲੀ ਦੇ ਨਾਲ ਦੁਸ਼ਮਣਾਂ ਦੇ ਵੱਲ ਦੌੜਾਇਆ ਹੈ। ਤੇ ਆਪਣੇ ਸਰੀਰ ਨੂੰ ਸੰਭਾਲ ਕੇ ਆਪਣਾ ਨੇਜਾ ਬਰਛਾ ਸੰਭਾਲ ਕੇ ਤੇ ਕਾਹਲੀ ਦੇ ਨਾਲ ਸ਼ਮਸ਼ ਵੇਗ ਵਾਲੇ ਪਾਸੇ ਟੁੱਟਿਆ ਹੈ। ਤੇ ਕਹਿਣ ਲੱਗੇ ਕਿ ਹੁਣ ਬਹੁਤ ਬਲਵਾਨ ਹੈ ਗੁਰੂ ਕਾ ਸਿੱਖ ਜਾਤੀ ਮਲਕ, ਬਲਵਾਨ ਬਾਜ ਤੇ ਕਰ ਉਤਾਲ, ਤੇ ਇੱਕ ਤੇਜ ਘੋੜੇ ਤੇ ਸਵਾਰ ਹੈ। ਤੇ ਇਹਨੇ ਆਪਣੇ ਪੈਰਾਂ ਦਾ ਭਾਰ ਘੋੜੇ ਦੀਆਂ ਰਕਾਬਾਂ ਦੇ ਉੱਪਰ ਪਾ ਕੇ ਖੜੇ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਦੁਸ਼ਮਣ ਤੇ ਹੱਲਾ ਕਰਨ ਲੱਗਿਆ ਹੈ। ਤੇ ਆਪਣੀ ਕਿਰਪਾਨ ਨੂੰ ਨੰਗੇ ਕਰਕੇ ਢਿੱਗ ਭਇਓ ਆਏ ਕਰ ਖੜਗ ਨੰਗ।
ਉਸੇ ਵੇਲੇ ਸ਼ਮਸ਼ ਬੇਗ ਜਿਹੜਾ ਦੁਸ਼ਮਣਾਂ ਦਾ ਜਰਨੈਲ ਹੈ, ਉਹਦੇ ਨੇੜੇ ਆ ਕੇ ਕਿਰਪਾਨ ਨੰਗੀ ਕਰਕੇ ਜ਼ੋਰ ਦੇ ਨਾਲ ਹੱਲਾ ਕੀਤਾ ਹੈ ਤੇ ਹੱਥ ਨੂੰ ਉਤਾਂਹ ਨੂੰ ਕਰਕੇ ਨੇੜੇ ਆ ਕੇ ਕਾਲੀ ਦੇ ਨਾਲ ਵਾਰ ਕਰਨ ਲੱਗਾ ਹੈ ਤੇ ਕਹਿਣ ਲੱਗੇ ਉਸ ਵੇਲੇ ਫਿਰ ਕੀਨੋ ਪ੍ਰਹਾਰ ਤਨ ਸੁਭਟ ਵਿਪਰ। ਬ੍ਰਾਹਮਣ ਜਿਹੜਾ ਇਹ ਸੂਰਮਾ ਹੈ, ਬਹੁਤ ਬਲੀ ਹੈ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਇਹਨੂੰ ਥਾਪੜਾ ਪ੍ਰਾਪਤ ਹੈ ਤੇ ਕਹਿਣ ਲੱਗੇ ਕੀਨੋ ਪ੍ਰਹਾਰ ਤਨ ਸੁਭਟ ਵਿਪਰ। ਦੇਖੋ ਕਦੇ ਸਮਾਂ ਸੀਗਾ ਸਹਿਬ ਪਾਤਸ਼ਾਹ ਧੰਨ ਗੁਰੂ ਨਾਨਕ ਸਾਹਿਬ ਜੀ ਦੇ ਵੇਲੇ ਜਾਂ ਬਾਕੀ ਗੁਰੂ ਸਾਹਿਬਾਨਾਂ ਦੇ ਵੇਲੇ, ਇਹ ਬਾਕੀ ਧਰਮਾਂ ਦੇ ਜਿਹੜੇ ਲੋਕ ਸਨ ਇੱਕ ਵਾਰੀ ਤਲਵਾਰ ਚਲਾਉਣੀ ਭੁੱਲ ਗਏ ਸਨ। ਭਾਵੇਂ ਜਿਹੜਾ ਭਾਰਤ ਹੈ ਜਾਂ ਇੱਥੋਂ ਦਾ ਪੁਰਾਤਨ ਧਰਮ ਹਿੰਦੂ ਧਰਮ ਹੈ, ਪਰ ਸਮਾਂ ਐਸਾ ਆਇਆ ਸੀਗਾ ਜਦੋਂ ਬੁੱਧ ਧਰਮ ਤੇ ਜੈਨ ਧਰਮ ਨੇ ਪ੍ਰਚਾਰ ਕੀਤਾ ਅਹਿੰਸਾ ਦਾ, ਤੇ ਸਾਰਿਆਂ ਨੇ ਤਲਵਾਰਾਂ ਕਿਰਪਾਨਾਂ ਰੱਖ ਲਈਆਂ ਸਨ, ਤਲਵਾਰਾਂ ਚਲਾਉਣੀਆਂ ਭੁੱਲ ਗਏ ਸਨ ਤੇ ਤਲਵਾਰ ਨੂੰ ਭੁੱਲ ਗਏ। ਇਸੇ ਕਰਕੇ ਬਾਅਦ ਵਿੱਚ ਲੰਮਾ ਸਮਾਂ ਕਈ ਸਦੀਆਂ ਜਿਹੜਾ ਦੇਸ਼ ਹੈ ਇਹ ਸ਼ਾਸਤਰ ਵਿਦਿਆ ਨੂੰ ਭੁੱਲਣ ਕਰਕੇ ਜਾਂ ਜਾਦੂ ਮੰਤਰਾਂ 'ਤੇ ਵਿਸ਼ਵਾਸ ਕਰਨ ਕਰਕੇ ਅੱਗ ਬਾਲ ਕੇ ਦੁਆਲੇ ਦੁਆਲੇ ਬੈਠ ਕੇ ਕਿ ਦੁਸ਼ਮਣ ਆਏਗਾ ਅੰਨਾ ਹੋ ਜਾਏਗਾ, ਪੱਥਰ ਦਾ ਹੋ ਜਾਏਗਾ, ਦਿਸਣੋਂ ਹਟ ਜਾਏਗਾ। ਇਸ ਕਰਕੇ ਇਹਨਾਂ ਚੀਜ਼ਾਂ 'ਤੇ ਭਰੋਸਾ ਰੱਖ ਕੇ ਲੰਮਾ ਸਮਾਂ ਇਹ ਘਰਾਂ ਦੇ ਵਿੱਚ ਬੈਠੇ ਰਹੇ, ਲੁਕੇ ਰਹੇ ਤੇ ਇਹਦਾ ਹੀ ਨਤੀਜਾ ਹੋਇਆ ਸੀਗਾ ਕਿ ਸ਼ਾਸਤਰ ਜਦੋਂ ਛੱਡ ਦਿੱਤੇ ਤੇ ਭਾਰਤ ਗੁਲਾਮ ਹੋ ਗਿਆ ਸੀਗਾ। ਤੇ ਅੱਜ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਹੁਤ ਲੰਮੇ ਸਮੇਂ ਬਾਅਦ ਮੀਰੀ ਤੇ ਪੀਰੀ ਦਾ ਜਦੋਂ ਸਿਧਾਂਤ ਲੈ ਕੇ ਆਂਦਾ ਹੈ, ਉਹ ਲੋਕ ਜਿਹੜੇ ਤਲਵਾਰ ਨੂੰ ਹੱਥ ਨਹੀਂ ਸੀ ਲਾਉਂਦੇ, ਉਹ ਲੋਕ ਭਾਵੇਂ ਇਹਨਾਂ ਦੀ ਸੰਸਕ੍ਰਿਤੀ ਇੱਥੋਂ ਦੇ ਧਰਮ ਵਾਲਿਆਂ ਦੀ, ਹੁਣ ਇੱਥੇ ਸਤਿਗੁਰਾਂ ਦਾ ਜਰਨੈਲ ਜਿਹੜਾ ਜਾਤੀ ਮਲਕ ਹੈ ਹਿੰਦੂ ਧਰਮ ਦੇ ਨਾਲ ਸੰਬੰਧਿਤ ਹੈ, ਬ੍ਰਾਹਮਣ ਹੈ, ਤੇ ਪਰ ਬਾਕੀ ਬ੍ਰਾਹਮਣ ਜਿਹੜੇ ਸਨ ਅੱਖਾਂ ਮੀਟ ਕੇ ਮੰਤਰਾਂ 'ਤੇ ਭਰੋਸਾ ਰੱਖ ਕੇ ਆਪਣਾ ਆਪ, ਆਪਣਾ ਦੇਸ਼, ਆਜ਼ਾਦੀ ਸਾਰਾ ਕੁਛ ਗਵਾ ਬੈਠੇ ਸਨ। ਪਰ ਸਤਿਗੁਰਾਂ ਨੇ ਯਾਦ ਕਰਵਾਇਆ ਸੀਗਾ ਕਿ ਭਾਈ ਸਾਡੀ ਜਿਹੜੀ ਸੰਸਕ੍ਰਿਤੀ ਹੈ, ਤੁਸੀਂ ਜਿਹੜੇ ਪੀਰਾਂ ਪੈਗੰਬਰਾਂ ਅਵਤਾਰਾਂ ਨੂੰ ਮੰਨਦੇ ਹੋ, ਭਾਵੇਂ ਸ਼ਿਵ ਜੀ ਹੈ ਤੇ ਸ਼ਿਵ ਜੀ ਦੇ ਹੱਥ ਦੇ ਵਿੱਚ ਵੀ ਦੇਖੋ ਤਰਸ਼ੂਲ ਹੈ, ਜੇ ਇੰਦਰ ਹੈ ਇੰਦਰ ਵੀ ਸ਼ਸਤਰਧਾਰੀ ਹੈ, ਇੱਥੋਂ ਤੱਕ ਜੇ ਦੇਵੀ ਦੇਵਤੇ ਵੀ ਹਨ, ਦੇਵੀਆਂ ਉਹਨਾਂ ਦੀਆਂ ਵੀ ਕਈ ਬਾਹਾਂ ਤੇ ਕਈ ਉਹਨਾਂ ਦੇ ਕੋਲ ਸ਼ਸਤਰ ਹਨ। ਕੋਈ ਵੀ ਹੈ, ਭਾਵੇਂ ਕ੍ਰਿਸ਼ਨ ਜੀ ਹਨ, ਰਾਮ ਜੀ ਹਨ, ਉਹ ਸ਼ਸਤਰ ਚਲਾਉਣਾ ਜਾਣਦੇ ਸਨ ਤੇ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਵੀ ਜੰਗ ਕੀਤੇ ਸਨ ਤੇ ਜਿੱਤੇ ਸਨ। ਤੁਸੀਂ ਕਿਹੜੇ ਪਾਸੇ ਚੱਲ ਪਏ? ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੁਬਾਰਾ ਸ਼ਸਤਰ ਪਕੜਾਏ ਹਨ ਤੇ ਉਹ ਬ੍ਰਾਹਮਣ ਲੋਕ ਜਿਹੜੇ ਅੱਖਾਂ ਮੀਟ ਕੇ ਤੇ ਭਰੋਸਾ ਰੱਖ ਕੇ ਤੇ ਗੁਲਾਮ ਹੋ ਗਏ ਸਨ, ਅੱਜ ਸਤਿਗੁਰਾਂ ਦੀ ਕਿਰਪਾ ਦੇ ਨਾਲ ਛੇਵੇਂ ਪਾਤਸ਼ਾਹ ਜੀ ਦੇ ਥਾਪੜੇ ਦੇ ਨਾਲ ਹੱਥ ਦੇ ਵਿੱਚ ਦੁਬਾਰਾ ਸ਼ਸਤਰ ਚੁੱਕ ਕੇ ਭਾਰਤ ਦੀ ਪੁਰਾਤਨ ਸੰਸਕ੍ਰਿਤੀ ਨੂੰ ਮੁੱਖ ਰੱਖਦਿਆਂ ਹੋਇਆਂ ਜੰਗ ਦੇ ਮੈਦਾਨ ਦੇ ਵਿੱਚ ਆ ਕੇ ਤੇ ਮੁਗਲਾਂ ਦਾ ਬਹੁਤ ਵੱਡਾ ਮੁਕਾਬਲਾ ਸਤਿਗੁਰਾਂ ਦੀ ਕਿਰਪਾ ਦੇ ਨਾਲ ਕਰ ਰਹੇ ਹਨ। ਕਿਉਂਕਿ ਜਿਵੇਂ ਕਦੇ ਸਤਿਗੁਰੂ ਧੰਨ ਗੁਰੂ ਗੋਬਿੰਦ ਸਿੰਘ ਜੀ ਨੇ ਗਿੱਦੜਾਂ ਤੋਂ ਸ਼ੇਰ ਬਣਾਏ ਸਨ ਅੰਮ੍ਰਿਤ ਛਕਾ ਕਰਕੇ, ਇਸੇ ਤਰ੍ਹਾਂ ਪਹਿਲਾਂ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਵੀ ਮਰ ਚੁੱਕੇ ਉਹ ਜਿਹੜੇ ਲੋਕ ਡਰਪੋਕ ਕਾਇਰ, ਉਹਨਾਂ ਦੇ ਅੰਦਰ ਜੁਰਤ ਤੇ ਅਣਖ, ਦਲੇਰੀ ਤੇ ਬਹਾਦਰੀ ਭਰੀ ਸੀਗੀ। ਸ਼੍ਰੀ ਅਕਾਲ ਤਖਤ ਸਾਹਿਬ ਜੀ ਦਾ ਸਿਰਜਣਾ ਦਿਹਾੜਾ ਇਸੇ ਮਹੀਨੇ ਦੇ ਵਿੱਚ ਆ, ਜਿਹੜਾ ਮਹੀਨਾ ਚੜ੍ਹਿਆ ਹੈ ਹਾੜ ਦਾ, ਇਸੇ ਮਹੀਨੇ ਦੇ ਵਿੱਚ ਆ ਰਿਹਾ ਹੈ। ਔਰ ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦਾ 2 ਤਲਵਾਰਾਂ ਜਦੋਂ ਵਧੀਆਂ ਸਨ, ਪਹਿਨੀਆਂ ਸਨ, ਮੇਰੀ ਤੇ ਪੇਰੀ ਦਾ ਜਿਹੜਾ ਦਿਵਸ ਹੈ ਉਹ ਵੀ ਆ ਜਿਹੜਾ ਅੱਜ ਨਵਾਂ ਮਹੀਨਾ ਚੜ੍ਹਿਆ ਹੈ ਇਸੇ ਮਹੀਨੇ ਦੇ ਵਿੱਚ ਆ ਰਿਹਾ ਹੈ। ਸਤਿਗੁਰਾਂ ਦੀ ਇਹ ਬਹੁਤ ਵੱਡੀ ਕਿਰਪਾ ਵਰਤੀ ਹੈ। ਰਹੋ ਵਿਚਾਰ, ਸਤਿਗੁਰਾਂ ਦੇ ਥਾਪੜੇ ਦੇ ਨਾਲ ਭਾਈ ਜਾਤੀ ਮਲਕ ਵੀਰ ਰਸ ਦੇ ਵਿੱਚ ਆ ਕਰਕੇ ਹੱਥ ਦੇ ਵਿੱਚ ਖੜਗ ਲੈ ਕਰਕੇ ਬਹੁਤ ਵੱਡਾ ਪ੍ਰਹਾਰ ਸਮਸ਼ ਬੇਗ ਦੇ ਉੱਪਰ, ਮੁਗਲ ਸੈਨਿਕ ਦੇ ਉੱਪਰ, ਸੈਨਾਪਤੀ ਦੇ ਉੱਪਰ ਕੀਤਾ ਹੈ। ਤੇ ਪਰ ਉਸ ਵੇਲੇ ਕੀ ਹੋਇਆ, ਜਿਹੜਾ ਸਮਸ਼ ਬੇਗ ਹੈ ਬੜਾ ਚਤੁਰ ਸੀਗਾ, ਬੜਾ ਤੇਜ਼ ਸੀਗਾ,
ਉਹਨੇ ਜਾਣ ਲਿਆ ਕਿ ਜਾਤੀ ਮਲਕ ਕਿੱਥੇ ਵਾਰ ਕਰੇਗਾ। ਆਪਣੀ ਕਾਲੀ ਦੇ ਨਾਲ, ਫੁਰਤੀ ਦੇ ਨਾਲ ਢਾਲ ਅੱਗੇ ਕਰਕੇ ਤੇ ਜਾਤੀ ਮਲਕ ਘੋੜਾ ਭਜਾ ਕਰਕੇ, ਰਕਾਬਾਂ 'ਤੇ ਭਾਰ ਪਾ ਕੇ ਜਿਹੜਾ ਉਹਨੇ ਜ਼ੋਰ ਦੇ ਨਾਲ ਇੱਕ ਘਾਤਕ ਵਾਰ ਕੀਤਾ ਸੀਗਾ, ਉਸ ਵਾਰ ਨੂੰ ਸਮਾਸ਼ਵੇਗ ਨੇ ਬਚਾ ਲਿਆ ਹੈ। ਤੇ ਕਹਿਣ ਲੱਗੇ ਕਿ ਹੁਣ ਇੱਕ ਵਾਰੀ ਤਾਂ ਜਾਤੀ ਮਲਕ ਦੇ ਵੱਡੇ ਪ੍ਰਹਾਰ ਤੋਂ ਇਹ ਇੱਕ ਵਾਰੀ ਬਚ ਗਿਆ ਹੈ। ਤੇ ਉਸ ਵੇਲੇ ਫਿਰ ਕਹਿਣ ਲੱਗੇ ਔਰ ਭਾਈਓ ਕੋਪ ਬਿਨ ਤਰਾਸ ਧੀਰ। ਗੁਰੂ ਕਾ ਜਿਹੜਾ ਜਰਨੈਲ ਹੈ ਉਹਦੇ ਮਨ ਦੇ ਵਿੱਚ ਬਹੁਤ ਵੱਡਾ ਗੁੱਸਾ ਪੈਦਾ ਹੋਇਆ ਤੇ ਡਰ ਤੋਂ ਹੀਨਾ ਆਪਣੇ ਦਲ ਤੋਂ ਬਹੁਤ ਅੱਗੇ ਆ ਕਰਕੇ ਦੁਸ਼ਮਣਾਂ ਦੇ ਦਲ ਦੇ ਵਿੱਚ ਵੜ ਕੇ ਮੁਕਾਬਲਾ ਕਰ ਰਿਹਾ ਭਾਈ ਜਾਤੀ ਮਲਕ। ਤੇ ਹੁਣ ਆਪਣਾ ਘੋੜਾ ਫਿਰ ਦੂਰ ਲਿਜਾ ਕਰਕੇ ਤੇ ਭਾਈ ਜਾਤੀ ਮਲਕ ਜ਼ੋਰ ਦੇ ਨਾਲ ਅਤ ਨਿਕਟ ਤੁਰੰਗ ਲਰ ਆਪ ਮਾਹੇ, ਘੋੜਾ ਨੇੜੇ ਕਰਕੇ ਤੇ ਆਪਸ ਦੇ ਵਿੱਚ ਸਮਾਸ਼ਵੇਗ ਦੇ ਦਲ ਦੇ ਨਾਲ ਭਾਈ ਜਾਤੀ ਮਲਕ ਫਿਰ ਲੜਿਆ ਹੈ। ਤੇ ਕਹਿਣ ਲੱਗੇ ਕਿ ਇਹ ਜਿਹੜਾ ਗੁਰੂ ਕਾ ਜਰਨੈਲ ਹੈ ਇਹ ਕੁਝ ਸਮੇਂ ਬਾਅਦ ਜੰਗ ਦੇ ਮੈਦਾਨ ਦੇ ਵਿੱਚ ਆਇਆ ਹੈ ਤੇ ਬਹੁਤ ਬਲੀ ਹੈ। ਦਿਜ ਕੋ ਬਲਿੰਦ ਔਰ ਕਹਿਣ ਲੱਗੇ ਕਿ ਹੁਣ ਬਹੁਤ ਬਲੀ ਹੈ। ਦਿਜ ਕੋ ਬਲਿੰਦ ਔਰ ਥਕਤ ਨਾਹੀ, ਇਹ ਥੱਕਿਆ ਹੋਇਆ ਨਹੀਂ ਹੈ। ਉਧਰ ਜਿਹੜੇ ਵਿਰੋਧੀ ਸੈਨਿਕ ਹਨ ਲੰਮੇ ਸਮੇਂ ਤੋਂ ਲਗਾਤਾਰ ਯੁੱਧ ਕਰਕੇ ਥੱਕੇ ਹੋਏ ਹਨ। ਤੇ ਉਧਰ ਭਾਈ ਜਾਤੀ ਮਲਕ ਦਾ ਜਿਹੜਾ ਘੋੜਾ ਹੈ ਬੜਾ ਤੇਜ਼ ਤੇ ਫਰਤੀਲਾ ਹੈ। ਜੰਗ ਦੇ ਵਿੱਚ ਵਰਤੇ ਜਾਣ ਵਾਲੇ ਜਿਹੜੇ ਘੋੜੇ ਸਨ ਉਹਨਾਂ ਨੂੰ ਕਈ ਤਰ੍ਹਾਂ ਦੇ ਨਾਲ ਸਿਖਲਾਈ ਦਿੱਤੀ ਜਾਂਦੀ ਸੀ ਤੇ ਇਸ ਘੋੜੇ ਨੂੰ ਐਸਾ ਇੱਕ ਇਸ਼ਾਰਾ ਕੀਤਾ ਕਿ ਘੋੜੇ ਨੇ ਜ਼ੋਰ ਦੇ ਨਾਲ ਇੱਕ ਪਛੰਡਾ ਮਾਰਿਆ ਹੈ। ਤੇ ਕਹਿਣ ਲੱਗੇ ਉਸੇ ਵੇਲੇ ਜਿਹੜਾ ਤੁਰਕਾਂ ਦਾ ਘੋੜਾ ਹੈ ਤੇ ਇਹਦੇ ਉੱਪਰ ਜ਼ੋਰ ਦੇ ਨਾਲ ਪਛੰਡਾ ਮਾਰ ਕਰਕੇ ਤੇ ਜਿਹੜੇ ਉੱਪਰ ਸਮਾਸ਼ਵੇਗ ਸਵਾਰ ਹੈ ਉਹ ਘੋੜਾ ਜ਼ਖਮੀ ਹੋਇਆ ਹੈ, ਡਿੱਗਿਆ ਹੈ। ਤੇ ਉਧਰ ਸਮਾਸ਼ਵੇਗ ਜਿਹੜਾ ਹੈ ਉਹਦੀ ਲੱਤ ਦੇ ਉੱਪਰ ਵੀ ਬਹੁਤ ਗਹਿਰੀ ਚੋਟ ਲੱਗੀ ਹੈ। ਹੁਣ ਇਹ ਸੋਚਦਾ ਹੈ ਕਿ ਮੈਂ ਜੰਗ ਦੇ ਮੈਦਾਨ ਦੇ ਵਿੱਚੋਂ ਬਾਹਰ ਚਲਿਆ ਜਾਵਾਂ, ਦੌੜ ਜਾਵਾਂ ਕਿਸੇ ਵਿਹਲੀ ਜਗ੍ਹਾ 'ਤੇ ਚੱਲ ਕੇ ਤੇ ਕੁਝ ਸਮਾਂ ਆਪਣੇ ਆਪ ਨੂੰ ਆਰਾਮ ਦੇਵਾਂ। ਹੁਣ ਇਹ ਸੋਚ ਰਿਹਾ ਹੈ ਕਰ ਰਹੋ ਯਤਨ ਹੋਏ ਕਹਾਂ ਓਟ, ਇੱਧਰ ਉੱਧਰ ਦੇਖਦਾ ਕਿੱਥੇ ਮੈਨੂੰ ਸਹਾਰਾ ਮਿਲੇਗਾ। ਇੱਧਰ ਜਾਤੀ ਮਲਕ ਦੇਖ ਰਿਹਾ ਹੈ ਕਿ ਹੁਣ ਸਮਾਸ਼ਵੇਗ ਜੰਗ ਦੇ ਮੈਦਾਨ ਦੇ ਵਿੱਚੋਂ ਪਿੱਛੇ ਹਟਣ ਦਾ, ਨੱਸਣ ਦਾ ਯਤਨ ਕਰੇਗਾ। ਤੇ ਕਹਿਣ ਲੱਗੇ ਹੁਣ ਪੁੰਨ ਕਰਿਓ ਆਨ ਕਰ ਤੁਰਕ ਨੇਰ। ਭਾਈ ਜਾਤੀ ਮਲਕ ਨੇ ਉਸੇ ਵੇਲੇ ਪੁੰਨ ਕਰਿਓ ਆਨ ਕਰ ਤੁਰਕ ਨੇਰ, ਕਾਲੀ ਦੇ ਨਾਲ ਘੋੜਾ ਭਜਾ ਕਰਕੇ ਤੁਰਕ ਦੀ ਨੇੜੇ ਆਇਆ ਹੈ। ਤੇ ਜ਼ੋਰ ਦੇ ਨਾਲ ਸਮਾਸ਼ਵੇਗ ਜਿਹੜਾ ਲੰਮੇ ਸਮੇਂ ਤੋਂ ਮੁਕਾਬਲਾ ਕਰ ਰਿਹਾ ਹੈ ਇਹਦੇ ਸਿਰ ਦੇ ਉੱਪਰ ਭਾਈ ਜਾਤੀ ਮਲਕ ਨੇ ਜ਼ੋਰ ਦੇ ਨਾਲ ਵਾਰ ਕੀਤਾ ਹੈ। ਤੇ ਉਸੇ ਵੇਲੇ ਜਿਹੜਾ ਸਮਾਸ਼ਵੇਗ ਦਾ ਜਿਹੜਾ ਸਿਰ ਹੈ ਉਹ ਧੜ ਦੇ ਨਾਲੋਂ ਅਲੱਗ ਹੋ ਗਿਆ ਹੈ। ਤੇ ਜਿਸ ਤਰ੍ਹਾਂ ਇੰਝ ਲੱਗਿਆ ਹੈ ਕਿ ਜਿਵੇਂ ਰੁੱਖ ਦੇ ਨਾਲ ਕੋਈ ਪੱਕਿਆ ਹੋਇਆ ਜਿਹੜਾ ਫਲ ਹੈ ਉਹ ਲੱਗਿਆ ਹੋਵੇ। ਤੇ ਕੋਈ ਪੁਰਸ਼ ਜਦੋਂ ਪੱਕੇ ਹੋਏ ਫਲ ਨੂੰ ਸੋਟੀ ਮਾਰਦਾ ਹੈ ਤੇ ਪੱਕਿਆ ਹੋਇਆ ਫਲ ਝੱਟ ਹੀ ਰੁੱਖ ਦੇ ਨਾਲੋਂ ਟੁੱਟ ਕੇ ਡਿੱਗ ਪੈਂਦਾ ਹੈ। ਇਸੇ ਤਰ੍ਹਾਂ ਹੋਇਆ ਹੈ। ਇਹ ਦੁਸ਼ਮਣ ਦਾ ਜਿਹੜਾ ਸਿਰ ਹੈ ਪੱਕੇ ਹੋਏ ਫਲ ਦੀ ਤਰ੍ਹਾਂ ਹੈ ਤੇ ਗੁਰੂ ਕੇ ਸਿੱਖ ਨੇ ਜਦੋਂ ਵਾਰ ਕੀਤਾ ਹੈ ਜਿਵੇਂ ਫਲ ਟੁੱਟ ਕੇ ਧਰਤੀ 'ਤੇ ਡਿੱਗਦਾ ਹੈ ਇਸੇ ਤਰ੍ਹਾਂ ਸਮਾਸ਼ਵੇਗ ਜਿਹੜਾ ਅਖੀਰਲਾ ਜਰਨੈਲ ਹੈ ਉਹਦਾ ਸਿਰ ਧੜ ਦੇ ਨਾਲੋਂ ਅਲੱਗ ਹੋ ਕੇ ਧਰਤੀ 'ਤੇ ਡਿੱਗਿਆ ਹੈ। ਤੇ ਕਹਿਣ ਲੱਗੇ ਕਿ ਹੁਣ ਕੀ ਹੋਇਆ ਹੈ
ਧਰ ਸਹਿਤ ਤੁਰੰਗ ਆਗੇ ਚੱਲੰਤ। ਹੁਣ ਧੜ ਤੋਂ ਬਗੈਰ, ਸਿਰ ਤੋਂ ਬਗੈਰ ਜਿਹੜਾ ਧੜ ਹੈ ਉਹ ਇਕੱਲਾ ਘੋੜੇ ਦੀ ਕਾਠੀ ਤੇ ਹੈ। ਧਰ ਸਹਿਤ ਤੁਰੰਗ ਆਗੇ ਚਲੰਤ, ਤੇ ਘੋੜਾ ਕਾਹਲੀ ਦੇ ਨਾਲ ਅੱਗੇ ਭੱਜਿਆ ਹੈ। ਤੇ ਰਕਾਬਾਂ ਦੇ ਵਿੱਚ ਇਹਦੇ ਜਿਹੜੇ ਪੈਰ ਫਸੇ ਹੋਏ ਹਨ ਤੇ ਸਿਰ ਧੜ ਦੇ ਨਾਲੋਂ ਅਲੱਗ ਹੋਇਆ ਹੈ। ਤੇ ਕਹਿਣ ਲੱਗੇ ਅੱਗੇ ਅੱਗੇ ਚੱਲ ਰਿਹਾ ਹੈ ਘੋੜਾ, ਜਬ ਚੱਲਿਓ ਅਗਰ ਧਰ ਲਟਕ। ਕਹਿਣ ਲੱਗੇ ਜਿਹੜਾ ਧਰ ਹੈ ਉਹ ਥੱਲੇ ਲਟਕ ਗਿਆ ਹੈ। ਘੋੜੇ ਦੇ ਉੱਪਰੋਂ ਧੜ ਜਿਹੜਾ ਹੈ, ਪੈਰ ਰਕਾਬਾਂ ਦੇ ਵਿੱਚ ਫਸੇ ਹੋਏ ਹਨ ਤੇ ਧੜ ਥੱਲੇ ਲਟਕਿਆ ਹੋਇਆ ਹੈ। ਤੇ ਘੋੜਾ ਜਦੋਂ ਐਸਾ ਹਸ਼ਰ ਸਮਸ਼ ਵੇਗਦਾ ਹੋਇਆ ਹੈ ਤੇ ਘੋੜਾ ਡਰ ਗਿਆ ਹੈ। ਜਦੋਂ ਪੈਰ ਫਸੇ ਹੋਏ ਹਨ ਤੇ ਧੜ ਘੜੀਸਦਾ ਹੋਇਆ ਆ ਰਿਹਾ ਹੈ, ਇਹ ਦੇਖ ਕੇ ਘੋੜਾ ਡਰ ਗਿਆ ਹੈ, ਧਬਕ ਗਿਆ ਹੈ। ਤੇ ਜਿਉਂ-ਜਿਉਂ ਫਿਰ ਇਹਦਾ ਧੜ ਥੱਲੇ ਘਸੀਟਿਆ ਜਾਂਦਾ ਹੈ ਘੋੜਾ, ਤਿਉਂ-ਤਿਉਂ ਡਰਦਾ ਹੈ। ਇਹਦਾ ਧੜ ਘੋੜੇ ਦੇ ਪੈਰਾਂ ਦੇ ਵਿੱਚ ਵੱਜਦਾ ਹੈ ਤੇ ਘੋੜਾ ਹੋਰ ਤੇਜ਼ ਹੁੰਦਾ ਹੈ। ਤੇ ਉਸੇ ਵੇਲੇ ਉੱਚੀ ਆਵਾਜ਼ ਵੀ ਪੈਦਾ ਹੁੰਦੀ ਹੈ। ਘੋੜਾ ਡਰਦਾ ਹੈ, ਜੰਗ ਦੇ ਮੈਦਾਨ ਦੇ ਵਿੱਚ ਇੱਧਰ ਉੱਧਰ ਦੌੜ ਰਿਹਾ ਹੈ। ਤੇ ਕਹਿਣ ਲੱਗੇ ਉਸੇ ਤਰ੍ਹਾਂ ਵਾਰ-ਵਾਰ ਜਿਹੜਾ ਸ਼ਬਦ ਹੈ ਉਹ ਘੋੜਾ ਡਰਦਾ ਹੈ, ਵਾਰ-ਵਾਰ ਸ਼ਬਦ ਗੂੰਜਦਾ ਹੈ। ਤੇ ਕਹਿਣ ਲੱਗੇ ਹੁਣ ਘੋੜਾ ਟਿਕਦਾ ਨਹੀਂ ਹੈ। ਨਹਿ ਟਿਕੇ ਕਿਤੋਂ ਭਾਜਿਓ ਫਿਰੰਤ। ਘੋੜਾ ਪੈਰਾਂ ਦੇ ਵਿੱਚ ਧੜ ਫਸਣ ਕਰਕੇ ਇੱਕ ਜਗ੍ਹਾ ਤੇ ਘੋੜਾ ਟਿਕਦਾ ਨਹੀਂ ਹੈ। ਸਾਰੇ ਜੰਗ ਦੇ ਮੈਦਾਨ ਦੇ ਵਿੱਚ ਕਦੇ ਇੱਧਰ ਦੌੜਦਾ ਹੈ, ਕਦੇ ਉੱਧਰ ਜਾਂਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਕਈ ਗੇੜੇ ਘੋੜੇ ਨੇ ਲਾਏ ਹਨ। ਤੇ ਕਹਿਣ ਲੱਗੇ ਕਿ ਹੁਣ ਧਰ ਕੋ ਤਿਉਂ, ਕਹਿਣ ਲੱਗੇ ਕਿ ਹੁਣ ਧਰ ਕੋ ਘਸੀਟ ਅਤਿਸ਼ੈ ਡਰੰਤ। ਘੋੜਾ ਧੜ ਨੂੰ ਘੜੀਸਦਾ ਹੈ ਔਰ ਅਤਿਅੰਤ ਡਰਿਆ ਹੋਇਆ ਹੈ। ਤੇ ਸਾਰੀ ਸੈਨਾ ਦੇ ਵਿੱਚ ਕਈ ਵਾਰ ਇਹ ਇੱਧਰ ਉੱਧਰ ਗਿਆ ਹੈ। ਤੇ ਜਿੱਥੇ ਲੱਲਾ ਬੇਗ ਜੰਗ ਦੇ ਮੈਦਾਨ ਦੇ ਵਿੱਚ ਇੱਕ ਪਾਸੇ ਸਹਿ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਸੈਨਾ ਦੇ ਨਾਲ ਮੁਕਾਬਲਾ ਕਰ ਰਿਹਾ ਹੈ, ਕਈ ਜਰਨੈਲ ਉਹਦੇ ਮਾਰੇ ਗਏ ਹਨ, ਪਰ ਥੋੜ੍ਹਾ ਜਿਹਾ ਹੌਸਲਾ ਕਰਕੇ ਲੱਗਾ ਹੋਇਆ ਹੈ। ਪਰ ਕਹਿਣ ਲੱਗੇ ਕਿ ਹੁਣ ਜੈ ਲੱਲਾ ਬੇਗ ਲੜ ਕਸ਼ਟ ਪਾਏ। ਜਿੱਥੇ ਲੱਲਾ ਬੇਗ ਪਹਿਲਾਂ ਹੀ ਕਸ਼ਟ ਪਾ ਕਰਕੇ ਦੁਖੀ ਹੋ ਕਰਕੇ ਲੜ ਰਿਹਾ ਸੀਗਾ, ਤੇ ਉਸਨੇ ਕੀ ਦੇਖਿਆ, ਇੱਕ ਘੋੜਾ ਜੰਗ ਦੇ ਮੈਦਾਨ ਦੇ ਵਿੱਚ ਕਾਹਲੀ ਦੇ ਨਾਲ ਦੌੜ ਰਿਹਾ ਹੈ। ਉਹਦੇ ਪੈਰਾਂ ਦੇ ਵਿੱਚ ਇੱਕ ਜਿਹੜਾ ਸਰੀਰ ਹੈ ਉਹ ਘਸੀਟਿਆ ਜਾ ਰਿਹਾ ਹੈ। ਤੇ ਉਸਨੇ ਲੱਲਾ ਬੇਗ ਨੇ ਦੇਖਿਆ ਇਹ ਤਾਂ ਘੋੜਾ ਉਹੀ ਹੈ ਜਿਹਦੇ ਉੱਪਰ ਮੇਰਾ ਪੁੱਤਰ, ਛੋਟਾ ਪੁੱਤਰ ਸਵਾਰੀ ਕਰਦਾ ਹੈ। ਇਹ ਤਾਂ ਉਹੀ ਘੋੜਾ ਹੈ। ਘੋੜਾ ਪਛਾਣ ਧਰ ਲਟਕ ਦੇਖ, ਮਰ ਗਇਓ ਜਾਨ ਸ਼ੌਕਤ ਵਸੇਖ। ਇਹ ਸੋਚਦਾ ਹੈ ਕਿ ਇੰਝ ਲੱਗਦਾ ਹੈ ਜਿਹੜਾ ਮੇਰਾ ਪੁੱਤਰ ਹੈ ਕਿਤੇ ਉਹਦਾ ਤਾਂ ਨਹੀਂ ਸਰੀਰ, ਕਿਤੇ ਉਹ ਤਾਂ ਨਹੀਂ ਮਾਰਿਆ ਗਿਆ ਹੈ। ਤੇ ਉਧਰ ਨੇੜੇ ਹੀ ਇੱਕ ਮੁਗਲ, ਇਹਦਾ ਜਿਹੜਾ ਜਰਨੈਲ ਹੈ ਲੱਲਾ ਬੇਗ ਦੇ ਨਾਲ ਰਹਿਣ ਵਾਲਾ, ਉਹ ਵੀ ਸਿਆਣਦਾ ਹੈ। ਕਹਿਣ ਲੱਗੇ ਇਹ ਤਾਂ ਸ਼ਮਸ਼ ਬੇਗ ਦੀ ਸਵਾਰੀ ਹੈ, ਉਹਦਾ ਘੋੜਾ ਹੈ। ਕਹਿਣ ਲੱਗੇ ਸਿਰ ਤੋਂ ਬਿਨਾਂ ਇੱਕ ਧੜ ਜਿਹੜਾ ਪੈਰਾਂ ਦੇ ਵਿੱਚ ਰਕਾਬ ਫਸੀ ਹੈ ਤੇ ਘੋੜਾ ਘੜੀਸਦਾ ਜਾ ਰਿਹਾ ਹੈ। ਇਹ ਤਾਂ ਇੰਝ ਲੱਗਦਾ ਹੈ ਲੱਲਾ ਬੇਗ ਦਾ ਪੁੱਤਰ ਹੈ। ਤੇ ਉਸ ਵੇਲੇ ਫਿਰ ਤਬ ਕਹਿਓ ਤਾਹੇ ਤੁਮ ਲਖਿਓ ਜੋਏ। ਕਹਿੰਦਾ ਹੈ ਲੱਲਾ ਬੇਗ ਤੂੰ ਦੇਖਿਆ ਹੈ, ਤਬ ਕਹਿਓ ਤਾਹੇ ਤੁਮ ਲਖਿਓ ਜੋਏ। ਆਓ ਸਾਹਮਣੇ ਜਿਹੜਾ ਘੋੜਾ ਦੌੜ ਰਿਹਾ ਹੈ ਉਹਦੇ ਪੈਰਾਂ ਦੇ ਵਿੱਚ ਜਿਹੜਾ ਇੱਕ ਸਰੀਰ ਘਸੀਟਿਆ ਜਾ ਰਿਹਾ ਹੈ, ਇਹ ਲੱਲਾ ਬੇਗ ਤੂੰ ਜਾਣ ਲਿਆ ਇਹ ਕੌਣ ਹੈ। ਤੇ ਕਹਿਣ ਲੱਗੇ ਕਿ ਹੁਣ ਉਸ ਵੇਲੇ ਫਿਰ
ਬਿਨ ਮੂੰਡ ਤੁਰੰਗ ਜੁਤ ਰੁੰਡ ਸੋਏ। ਕਹਿਣ ਲੱਗੇ ਬਿਨਾਂ ਸਿਰ ਤੋਂ ਧੜ ਜਿਹੜਾ ਘੋੜਾ ਵਾਰ-ਵਾਰ ਇੱਧਰ ਤੇ ਉੱਧਰ ਲਿਜਾ ਰਿਹਾ ਹੈ। ਤੇ ਕਹਿਣ ਲੱਗੇ ਗਤ ਹੋਤ ਭਟਣ ਕੀ ਜਿਮ ਸੋ ਜੰਗ। ਹੇ ਲੱਲਾ ਬੇਗ, ਇਹ ਤੇਰਾ ਪੁੱਤਰ ਹੈ ਤੇ ਇਸੇ ਤਰ੍ਹਾਂ ਜਿਹੜੇ ਸਾਡੇ ਬਾਕੀ ਜਰਨੈਲ ਰਹਿ ਗਏ ਹਨ ਉਹਨਾਂ ਦੇ ਜੰਗ ਦੇ ਮੈਦਾਨ ਦੇ ਵਿੱਚ ਵੀ ਇਹੀ ਹਸ਼ਰ ਹੋਣ ਵਾਲਾ ਹੈ। ਕਹਿਣ ਲੱਗੇ ਇਸੇ ਤਰ੍ਹਾਂ ਹੋਈ ਸਮਝੋ। ਸੋ ਭਈ ਲਖੋ ਕਟ ਜਾਹੇ ਅੰਗ। ਗੁਰੂ ਕੇ ਜਰਨੈਲ ਬਹਾਦਰ ਹਨ ਤੇ ਤੁਹਾਡਾ ਪੁੱਤਰ ਅੱਗੇ ਜਾ ਕੇ ਲੜਿਆ ਹੈ ਤੇ ਉਹਨਾਂ ਨੇ ਸਿਰ ਧੜ ਦੇ ਨਾਲੋਂ ਅਲੱਗ ਕਰ ਦਿੱਤਾ ਹੈ। ਬਾਕੀ ਬੱਚਿਆਂ ਹੋਇਆਂ ਦਾ ਵੀ ਇਹੀ ਹਾਲ ਹੋਏਗਾ। ਤੇ ਲੱਲਾ ਬੇਗ ਇਹ ਸੁਣ ਕੇ ਤੇ ਬੜਾ ਦੁਖੀ ਹੋ ਗਿਆ ਹੈ, ਬਹੁਤ ਚਿੰਤਾ ਦੇ ਵਿੱਚ ਆ ਗਿਆ ਹੈ। ਵਾਰ-ਵਾਰ ਆਪਣੇ ਮੱਥੇ ਨੂੰ ਹੱਥ ਮਾਰਦਾ ਹੈ। ਮੇਰਾ ਜਿਹੜਾ ਪਰਿਵਾਰ ਸੀਗਾ, ਜਿਹੜੇ ਮੇਰੇ ਪੁੱਤਰ ਸਨ ਜੰਗ ਦੇ ਮੈਦਾਨ ਦੇ ਵਿੱਚ ਜਿਨ੍ਹਾਂ ਨੂੰ ਮੈਂ ਲੈ ਕੇ ਆਇਆ ਹਾਂ, ਸਾਰਿਆਂ ਦਾ ਹੀ ਸੰਘਾਰ ਹੋ ਗਿਆ ਹੈ, ਸਾਰਿਆਂ ਦਾ ਹੀ ਖਾਤਮਾ ਹੋ ਗਿਆ ਹੈ। ਇੱਕ ਇਹਦੀ ਭੈਣ ਦਾ ਪੁੱਤਰ ਹੈ ਜਿਸ ਦਾ ਆਪਾਂ ਪਹਿਲਾਂ ਜ਼ਿਕਰ ਕਰ ਰਹੇ ਸੀ, ਜਿਹਨੂੰ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਖੁਦ, ਜਿਹਦਾ ਸਿਰ, ਜਿਹਦਾ ਬਦਨ, ਜਿਹਦਾ ਸਰੀਰ ਚੀਰ ਦਿੱਤਾ ਹੈ। ਇੱਕ ਇਹਦਾ ਭਰਾ ਕੰਬਰ ਬੇਗ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਪਹਿਲਾਂ ਮਾਰਿਆ ਗਿਆ ਹੈ। ਇੱਕ ਪੁੱਤਰ ਹੁਣੇ ਜੰਗ ਦੇ ਮੈਦਾਨ ਦੇ ਵਿੱਚ ਮਾਰਿਆ ਗਿਆ ਹੈ। ਇੱਕ ਪੁੱਤਰ ਜਿਹੜਾ ਬਚਿਆ ਹੋਇਆ ਹੈ ਉਸ ਨੂੰ ਘੋੜਾ ਘੜੀਸ ਰਿਹਾ ਹੈ ਤੇ ਉਹ ਵੀ ਪ੍ਰਾਣਾ ਤੋਂ ਹੀਣਾ ਹੋ ਚੁੱਕਾ ਹੈ। ਉਸ ਵੇਲੇ ਲੱਲਾ ਬੇਗ ਜਿਹੜਾ ਜਰਨੈਲ ਇਸ ਫੌਜ ਦਾ ਮਾਲਕ ਹੈ, ਦੇਖ ਕੇ ਹੈਰਾਨ ਹੋਇਆ ਕਿ ਮੇਰਾ ਸਾਰਾ ਜਿਹੜਾ ਪਰਿਵਾਰ ਹੈ ਗੁਰੂ ਕੀ ਸੈਨਾ ਨੇ ਖਤਮ ਕਰ ਦਿੱਤਾ ਹੈ। ਤੇ ਕਦੇ ਵੀ ਇਹਨੇ ਇਹ ਨਹੀਂ ਸੀ ਸੋਚਿਆ ਕਿ ਅੱਜ ਜੰਗ ਦੇ ਮੈਦਾਨ ਦੇ ਵਿੱਚ ਮੇਰਾ ਇਹ ਹਾਲ ਹੋਏਗਾ। ਤੇ ਇਹਨੂੰ ਇੰਝ ਲੱਗਿਆ ਕਿ ਸਤਿਗੁਰਾਂ ਦੀ ਸੈਨਾ ਤਾਂ ਥੋੜ੍ਹੀ ਹੈ, ਪਰ ਜਿਸ ਤਰ੍ਹਾਂ ਮੈਨੂੰ ਕਈਆਂ ਨੇ ਆਖਿਆ ਸੀਗਾ ਕਿ ਸਤਿਗੁਰੂ ਜੀ ਬੜੇ ਜਾਰੇ ਪੀਰ ਹਨ, ਗਰੀਬ ਨਿਵਾਜ ਸਤਿਗੁਰੂ ਜੀ ਅਵਤਾਰ ਹਨ, ਗੁਰੂ ਨਾਨਕ ਸਾਹਿਬ ਜੀ ਦੀ ਜੋਤ ਹਨ, ਉਹਨਾਂ ਦੇ ਘਰ ਦੇ ਨਾਲ ਮੱਥਾ ਲਾਉਣਾ ਠੀਕ ਨਹੀਂ ਹੈ। ਉਹ ਫਕੀਰ ਹਨ, ਮਹਾਤਮਾ ਹਨ, ਅਵਤਾਰ ਗੁਰੂ ਹਨ। ਤੇ ਹੁਣ ਮੱਥੇ ਤੇ ਹੱਥ ਮਾਰ ਕੇ ਸੋਚ ਰਿਹਾ ਹੈ, ਲਰਬੇ ਫਰਿਸ਼ਤੇ ਸੰਗ ਜੋਏ। ਇੰਝ ਲੱਗਦਾ ਹੈ ਕਿ ਸਤਿਗੁਰਾਂ ਦੇ ਨਾਲ ਫਰਿਸ਼ਤੇ ਜਾਂ ਦੇਵਤੇ ਉਹਨਾਂ ਦਾ ਸਾਥ ਦੇ ਰਹੇ ਹਨ। ਇਤਨੀ ਥੋੜੀ ਫੌਜ ਦੇ ਨਾਲ ਇੰਨਾ ਬੁਰਾ ਹਾਲ ਸਾਡਾ ਉਹ ਨਹੀਂ ਕਰ ਸਕਦੇ ਸਨ। ਤੇ ਕਹਿਣ ਲੱਗੇ ਇਹ ਬਹੁਤ ਵੱਡੀ ਕਿਆਮਤ, ਬਹੁਤ ਵੱਡੀ ਬੁਰੀ ਜਿਹੜੀ ਹਾਲਤ ਹੈ ਸਾਡੀ ਸੈਨਾ ਦੀ ਹੋਈ ਹੈ। ਤੇ ਕਹਿਣ ਲੱਗੇ ਨਹਿ ਸਕਿਓ ਜਾਨ ਲੱਖ ਸੈਨ ਬਰਿੰਦ। ਮੈਂ ਬਹੁਤ ਵੱਡੀ 35,000 ਸੈਨਾ ਦਾ ਮਾਲਕ ਸੀਗਾ ਤੇ ਨਗਾਰਿਆਂ ਦੀ ਚੋਟਾਂ ਦੇ ਵਿੱਚ ਬਹੁਤ ਵੱਡੀ ਸੈਨਾ ਲੈ ਕੇ ਮੈਂ ਚੜ੍ਹਾਈ ਕੀਤੀ ਸੀਗੀ। ਨਹਿ ਸਕਿਓ ਜਾਨ ਲੱਖ ਸੈਨ ਬਰਿੰਦ। ਜਦੋਂ ਤੁਰਿਆ ਸੀਗਾ ਉਦੋਂ ਮੈਂ ਜਰਾ ਵੀ ਨਹੀਂ ਸੀ ਸੋਚਿਆ ਕਿ ਛੇਵੇਂ ਪਾਤਸ਼ਾਹ ਜੀ ਦੇ ਨਾਲ ਮੁਕਾਬਲੇ ਦੇ ਵਿੱਚ ਇੰਨਾ ਬੁਰੀ ਹਾਲਤ ਹੋਏਗੀ। ਮੈਂ ਸਮਝਿਆ ਸੀਗਾ ਕਿ ਸਤਿਗੁਰਾਂ ਦਾ ਦਲ ਛੋਟਾ ਜਿਹਾ ਹੈ, ਸਤਿਗੁਰਾਂ ਦੀ 4,000 ਦੀ ਫੌਜ ਹੈ ਤੇ ਮੇਰੇ ਕੋਲ 35,000 ਦੀ ਫੌਜ ਹੈ। ਜੋ ਉਸ ਵੇਲੇ ਸੂਈਆਂ ਨੇ ਖਬਰ ਦਿੱਤੀ ਸੀ ਉਹਦੇ ਮੁਤਾਬਕ ਮੈਂ ਸੋਚਦਾ ਸੀਗਾ ਝੱਟ ਹੀ ਜਿੱਤ ਪ੍ਰਾਪਤ ਹੋ ਜਾਵੇਗੀ। ਕਹਿਣ ਲੱਗੇ ਜਿਤਨਾ ਹੀ ਸੌਖਾ ਸਮਝਿਆ ਸੀਗਾ ਕਰ ਦਿਓ ਹਾਨ। ਸਤਿਗੁਰਾਂ ਨੇ ਬਹੁਤ ਵੱਡਾ ਨੁਕਸਾਨ ਮੇਰਾ ਕੀਤਾ ਹੈ। ਇਸ ਤਰ੍ਹਾਂ ਦੇ ਕਈ ਵਾਕ ਕਹਿੰਦਾ ਹੋਇਆ ਆਪਣੇ ਦੂਸਰੇ ਪੁੱਤਰ ਦੀ ਮੌਤ ਨੂੰ ਦੇਖ ਕੇ ਜੰਗ ਦੇ ਮੈਦਾਨ ਦੇ ਵਿੱਚ ਇੱਕ ਵਾਰੀ ਲੱਲਾ ਬੇਗ ਆਪਣੀ ਫੌਜ ਦਾ ਤੇ ਆਪਣੇ ਪੁੱਤਰਾਂ ਦਾ ਪਰਿਵਾਰ ਦਾ ਬੁਰਾ ਹਾਲ ਦੇਖ ਕੇ ਜੰਗ ਦੇ ਮੈਦਾਨ ਦੇ ਵਿੱਚ ਉੱਥੇ ਰੋਇਆ ਹੈ। ਤੇ ਵੱਡਾ ਸੰਕਟ ਪੈਣ ਕਰਕੇ ਵਾਰ-ਵਾਰ ਲੱਲਾ ਬੇਗ ਪਛਤਾ ਰਿਹਾ ਹੈ। ਤੇ ਕਹਿਣ ਲੱਗੇ ਹੁਣ ਨਿਜ ਮ੍ਰਿਤੂ ਰਿਦੇ ਨਿਸ਼ਚੈ ਸੋਕੀਨ। ਏਡੇ ਵੱਡੇ ਮੇਰੇ ਜਰਨੈਲ ਨਹੀਂ ਬਚੇ, ਇੰਨੀ ਵੱਡੀ ਮੇਰੀ ਸੈਨਾ ਦਾ ਅੰਤ ਹੋ ਗਿਆ ਹੈ।
ਤੇ ਮੇਰੇ ਦੋਵੇਂ ਪੁੱਤਰ ਵੀ ਮਾਰੇ ਗਏ ਹਨ। ਹੁਣ ਲੱਲਾ ਬੇਗ ਨੂੰ ਆਪਣੀ ਜਿਹੜੀ ਮੌਤ ਹੈ ਉਹ ਵੀ ਸਾਹਮਣੇ ਦਿਸ ਰਹੀ ਹੈ। ਇਹਨੇ ਸਮਝ ਲਿਆ ਕਿ ਹੁਣ ਮੈਂ ਜੰਗ ਦੇ ਮੈਦਾਨ ਦੇ ਵਿੱਚ ਮਰਾਂਗਾ, ਮੇਰਾ ਵੀ ਅੰਤ ਹੋ ਜਾਏਗਾ। ਤੇ ਜਿਹੜੀ ਜਿੱਤਣ ਦੀ ਆਸ ਸੀਗੀ, ਨਹਿ ਜੀਵਨ ਆਸ ਪਾ ਆਨੰਦਹੀਨ, ਜਿੱਤਣ ਦੀ ਆਸ ਤਾਂ ਬੜੀ ਦੂਰ ਹੈ। ਇਹਨੂੰ ਆਪਣੀ ਜਿਉਣ ਦੀ ਜਿਹੜੀ ਆਸ ਹੈ ਉਹ ਵੀ ਇਹਨੇ ਲਾ ਦਿੱਤੀ ਹੈ ਕਿ ਹੁਣ ਮੈਂ ਜੀਵਤ ਵੀ ਨਹੀਂ ਬਚਾਂਗਾ। ਨਹਿ ਜੀਵਨ ਆਸ ਪਾ ਆਨੰਦਹੀਨ, ਕਹਿਣ ਲੱਗੇ ਹੁਣ ਆਨੰਦ ਤੋਂ, ਖੁਸ਼ੀਆਂ ਤੋਂ ਹੀਨਾ ਹੋ ਚੁੱਕਾ ਹੈ। ਹੁਣ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਪੁੱਤਰਾਂ ਨੂੰ ਦੇਖ ਕੇ ਤੇ ਨੇਤਰਾਂ ਦੇ ਵਿੱਚੋਂ ਪਾਣੀ ਵਹਿ ਰਿਹਾ ਹੈ। ਤੇ ਉਸ ਵੇਲੇ ਬਾਦਸ਼ਾਹ ਨੂੰ ਆਖਦਾ ਸੀਗਾ ਕਿ ਮੈਂ ਛੇਵੇਂ ਪਾਤਸ਼ਾਹ ਜੀ ਨੂੰ ਜਿਉਂਦਿਆਂ ਹੋਇਆਂ ਪਕੜ ਕੇ ਤੁਹਾਡੇ ਸਾਹਮਣੇ ਪੇਸ਼ ਕਰਾਂਗਾ, ਪਰ ਨਤੀਜਾ ਉਲਟ ਜਾਣ ਕਰਕੇ ਤੇ ਬਹੁਤ ਸ਼ੋਕ ਦੇ ਵਿੱਚ, ਚਿੰਤਾ ਦੇ ਵਿੱਚ ਜੰਗ ਦੇ ਮੈਦਾਨ ਦੇ ਵਿੱਚ ਖੜ ਕੇ ਇਹ ਲੱਲਾ ਬੇਗ ਲਗਾਤਾਰ ਵਰਲਾਪ ਕਰ ਰਿਹਾ ਹੈ। ਇਹਦੇ ਸਾਥੀ, ਇਹਦੇ ਸੈਨਿਕ ਕੋਲ ਸਨ। ਇੱਕ ਬਹੁਤ ਵੱਡਾ ਪਠਾਨ ਜਿਹਦਾ ਨਾਮ ਹੈ ਗੁਲ ਖਾਂ, ਉਹ ਬਹੁਤ ਸਿਆਣਾ ਹੈ। ਨੇੜੇ ਹੋ ਕੇ ਆ ਕਰਕੇ ਲੱਲਾ ਬੇਗ ਨੂੰ ਇਸ ਤਰ੍ਹਾਂ ਸਮਝਾਉਣ ਲੱਗਿਆ ਹੈ, ਹੇ ਲੱਲਾ ਬੇਗ, ਤੂੰ ਜਰਨੈਲ ਹੈ, ਮਹਾਨ ਹੈ, ਸਾਡਾ ਮੁਖੀ ਹੈ। ਤੇਰਾ ਇਸ ਤਰ੍ਹਾਂ ਚਿੰਤਾ ਤੌਰ ਹੋਣਾ, ਇਸ ਤਰ੍ਹਾਂ ਜੰਗ ਦੇ ਮੈਦਾਨ ਦੇ ਵਿੱਚ ਖੜ ਕੇ ਵਰਲਾਪ ਕਰਨਾ, ਰੋਣਾ ਤੈਨੂੰ ਸ਼ੋਭਦਾ ਨਹੀਂ ਹੈ, ਚੰਗਾ ਨਹੀਂ ਲੱਗਦਾ। ਲੱਲਾ ਬੇਗ ਸ਼ੋਕੰ ਨਾ ਕੀਜੈ ਸੁਜਾਨਾ, ਇਹ ਸਿਆਣੇ ਜੰਗ ਦੇ ਮੈਦਾਨ ਦੇ ਵਿੱਚ ਖੜ ਕੇ ਸ਼ੋਕ ਚਿੰਤਾ ਨਹੀਂ ਕਰੀਦੀ। ਤੇ ਇਹ ਜੰਗ ਦੇ ਮੈਦਾਨ ਦੇ ਵਿੱਚ ਸਭ ਤੋਂ ਸਿਖਰ ਵਾਲਾ ਸਮਾਂ ਹੈ, ਅੰਤ ਵਾਲਾ ਸਮਾਂ ਹੈ। ਇੱਥੇ ਥੋੜ੍ਹਾ ਵੀ ਜੰਗ ਦੇ ਮੈਦਾਨ ਦੇ ਵਿੱਚ ਢਿੱਲ ਪਾਉਣੀ, ਪਿੱਛੇ ਹਟਣਾ ਠੀਕ ਨਹੀਂ ਹੈ। ਸਾਨੂੰ ਜੰਗ ਦੇ ਮੈਦਾਨ ਦੇ ਵਿੱਚ ਮਹਾਨਤਾ ਦੇ ਨਾਲ ਲੜਨਾ ਚਾਹੀਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜਾਂ ਫਤਿਹ ਹੁੰਦੀ ਹੈ ਤੇ ਜਾਂ ਹਾਰ ਹੁੰਦੀ ਹੈ। ਇਹ ਇੱਕ ਤਾਂ ਨਿਸ਼ਚਿਤ ਹੁੰਦੀ ਹੈ ਹਰੇਕ ਦਲ ਦੇ ਵਿੱਚ, ਜਾਂ ਉਹ ਜਿੱਤੇਗਾ ਤੇ ਜਾਂ ਉਹ ਹਾਰੇਗਾ। ਇਸ ਤਰ੍ਹਾਂ ਹਰੇਕ ਜੰਗ ਦੀ ਇਹ ਹਾਲਤ ਹੁੰਦੀ ਹੈ। ਤੇ ਪਰ ਜਿਹੜਾ ਸੂਰਮਾ ਹੈ, ਸ਼ਸਤਰਧਾਰੀ ਜਿਹੜਾ ਯੋਧਾ ਹੈ, ਜੰਗ ਦੇ ਮੈਦਾਨ ਦੇ ਉੱਤੇ ਨਤੀਜਾ ਕੁਛ ਵੀ ਨਿਕਲੇ, ਲੜੈ ਵੀਰ ਸਾਰੇ ਇਹੀ ਰੀਤ ਭਾਵੈ। ਸੂਰਮਾ ਜਿਹੜਾ ਅਖੀਰਲੇ ਸਵਾਸ ਤੱਕ ਜੰਗ ਦੇ ਮੈਦਾਨ ਦੇ ਵਿੱਚ ਲੜੇ, ਇਹੀ ਉਹਦੇ ਵਾਸਤੇ ਚੰਗਾ ਹੈ। ਤੇ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਵਰਲਾਪ ਕਰੇ, ਰੋਵੇ ਤੇ ਜਾਂ ਜੰਗ ਦਾ ਮੈਦਾਨ ਛੱਡ ਦੇਵੇ, ਉਹਦੇ ਵਾਸਤੇ ਇਹ ਤੋਂ ਵੱਡੀ ਕੋਈ ਬੁਰੀ ਗੱਲ ਨਹੀਂ ਹੁੰਦੀ ਹੈ। ਤੇ ਦੋਵਾਂ ਜਹਾਨਾਂ ਦੇ ਵਿੱਚ ਦੋਹੂ ਲੋਕ ਕੋ ਮੋਦ ਤਾਰੀਫ ਖੋਵੈ, ਦੋਵਾਂ ਜਹਾਨਾਂ ਦੀਆਂ ਖੁਸ਼ੀਆਂ ਉਹਦੇ ਤੋਂ ਖੁੱਸ ਜਾਂਦੀਆਂ ਹਨ, ਰੁੱਸ ਜਾਂਦੀਆਂ ਹਨ। ਲੋਕ ਜਿਹੜਾ ਸੂਰਮਾ ਪਿੱਛੇ ਹਟ ਜਾਵੇ ਜਾਂ ਵਰਲਾਪ ਕਰ ਲੱਗ ਪਵੇ, ਉਹਨੂੰ ਯੋਧਾ ਨਹੀਂ ਆਖਦੇ ਹਨ। ਕਹਿਣ ਲੱਗੇ ਤੁਸੀਂ ਵੱਡੇ ਹੋ, ਸਿਆਣੇ ਹੋ, ਸੈਨਾ ਦੇ ਮੁਖੀ ਹੋ, ਤੁਹਾਨੂੰ ਕੌਣ ਸਮਝਾ ਸਕਦਾ ਹੈ। ਤੇ ਜਿਹੜੀ ਗੱਲ ਤੁਹਾਨੂੰ ਚੰਗੀ ਲੱਗਦੀ ਹੈ, ਸਹੀ ਹੈ, ਹਾਲਾਤ ਦੇ ਮੁਤਾਬਕ ਉਹਨੂੰ ਜਾਣ ਕੇ ਤੇ ਕਾਹਲੀ ਦੇ ਨਾਲ ਜੰਗ ਦੇ ਮੈਦਾਨ ਦੇ ਵਿੱਚ ਆਪਾਂ ਸੁਚੱਜਾ ਜਿਹੜਾ ਕਾਰਜ ਹੈ ਉਹ ਕਰੀਏ। ਤੇ ਬਾਕੀ ਜਿਹੜੀ ਖੇਡ ਹੈ ਇਹ ਸਾਰੀ ਮੌਲਾ ਦੀ ਹੈ, ਅੱਲਾ ਦੀ ਹੈ, ਪਰਮਾਤਮਾ ਦੀ ਹੈ। ਜਿਸ ਤਰ੍ਹਾਂ ਹੋਣਾ ਹੈ ਉਹਦੇ ਹੱਥ ਵਿੱਚ ਹੀ ਹੈ। ਤੇ ਕਹਿਣ ਲੱਗੇ ਜਿਹੜਾ ਸੂਰਮਾ ਹੈ ਉਹ ਜੰਗ ਦੇ ਮੈਦਾਨ ਦੇ ਵਿੱਚ ਸਹਿ ਸੀਸ ਸਾਰੇ ਨਾ ਮੋਰੈ ਸੋ ਕੋਈ, ਕਹਿਣ ਲੱਗੇ ਉਹ ਜੰਗ ਦੇ ਮੈਦਾਨ ਦੇ ਵਿੱਚ ਸਾਰੇ ਦੁੱਖ ਸਹਿੰਦਾ ਹੈ, ਅਖੀਰਲੇ ਸਵਾਸ ਤੱਕ ਲੜਦਾ ਹੈ, ਫਤਿਹ ਹਾਸਲ ਕਰਦਾ ਹੈ। ਤੇ ਜਿਹੜਾ ਜੰਗ ਦੇ ਮੈਦਾਨ ਦੇ ਵਿੱਚ ਹੁਣ ਜੋ ਕੁਛ ਵਾਪਰ ਚੁੱਕਾ ਹੈ, ਜਾਂ ਜਿਹੜੇ ਸਾਡੇ ਮਰ ਚੁੱਕੇ ਹਨ, ਉਹ ਰੋਣ ਦੇ ਨਾਲ ਕਦੇ ਵਾਪਸ ਨਹੀਂ ਆਉਣਗੇ।
ते कहन लगे कि हुण लड़ो अगर होए आप जैसे कहन लगे कि हुण तुहाडा जंग दे मैदान दे विच अगे हो के लड़ना लड़ो अगर होए चढ़े आप जैसे तुहाडे वर्गियां दा जंग दे मैदान दे विच लड़ना ते चढ़ाई करके अगे वधना ते दुश्मनां नूं डरना ये तुहाडे वर्गे योद्धियां दे हिस्से विच आउंदा है। ते कहन लगे अजे भी समा है हाजो ना करे तोहे तारीफ सारे जे जंग दे मैदान दे विच तुसीं पिछे नहीं हटोगे सतगुरां दी सैना दे उपर वड्डा प्रहार करोगे ते सारे पासे हर जगह ते तुहाडी वडियाई शोभा संसार दे विच होवेगी। कहन लगे सारे दल दी तुसीं लाज रख लो हे लला बेग परिवार दे मरण करके शोक करके पिछे नहीं हटना चाहिए। जिन्ना भी समा साडे कोल है अगे वध के सतगुरां दी सैना दे उपर जित प्राप्त करनी चाहिए है। ते उस वेले लला बेग एक वारी जिहदा मन ढह चुका है फिर मन उन्हें बन्निया है ते कहन लगे उस वेले गुलम खान के बैन जाने सुजाने चंगे जिहड़े बचन वो अपने साथी तो लला बेग ने सुने हन। लला बेग ने शोक त्यागो महाने उस वेले जिहड़ा शोक है चिंता है वो लला बेग ने छड़ दिती है कि ठीक है जो होना सीगा वो तो हो ही गया है वापर ही गया है जिहड़ा अगला समा है उहदे वल असीं ध्यान दईए। उस वेले लला बेग दोबारा एक बड़ा बली सूरमा है अपने आप को तैयार किया है अपने आप को उत्साह दिता अपने साथियों को दोबारा तैयार किया है हृदय धीर धारे मन दे विच धीरज उत्साह धारण किया है। हुण कहन लगा कि मैं सहब पातशाह धन गुरु हरगोबिंद साहिब जी नाल सीधा जाके भिड़ांगा लड़ांगा गुरु संग चाह है भिरों जंग भारे मैं पातशाह जी नाल भारा वड्डा प्रहार युद्ध करांगा। ते उस वेले कहन लगे हुण फैज खां लागे एक होर सैनिक है योद्धा इन्हें बहुत वड्डी दलेरी दिती है नाल चलिया है। कहन लगा कि हे लला बेग जदों तक साडे प्राण हन ऐह प्राण जो सो सुनो बात मेरी जदों तक साडे साह चलदे हन ध्यान सहित मेरी बात सुनो जी। आपां जोर दे नाल हमला करके जां तां छेवें पातशाह जी नूं बची हुई सैना दे नाल घेर के पकड़ लईए ते जे लगे कि वो पकड़े नहीं जाणगे ते काली दे नाल वार करके जंग दे मैदान दे विच डेग दईए जी। ते इस तो बगैर जे आपां बच भी गए ते शाहजहान नूं जाके की मूँह दिखावांगे जां तां सतगुरां नूं एक वारी पकड़न दा यतन करिए क्योंकि 35,000 दी वड्डी सैना लैके असीं तुरे सीगे ते सतगुरां दी फौज दे मुकाबले साडे कोल दल जिहड़ा है कई गुणा वध सीगा। सतगुरां दी फौज 4,000 दी है ते 35,000 साडे साथी सन। कहन लगे बादशाह नूं जाके की मूँह दिखावांगे ते हे लला बेग जां फिर जे ऐसा असीं नहीं कर सकते ते जंग दे मैदान दे विच साडा इत्थे अंत होएगा पिछे नहीं हटांगे असीं इत्थे जंग दे मैदान दे विच ही शरीर छड्डांगे साडे शरीर दे उपर तीरां दे तलवारां दे वार होणगे पर असीं हुण पिछे नहीं हटांगे। यही गल चंगी है ते इस गल नूं लला बेग ने जान लिया मन लिया है ते उस वेले फिर कहन लगे कि चलियो समूह है जंग के हेत मानी। कहन लगे सारा जिहड़ा समूह बचिया होया जिहड़ा योद्धा है जितना भी सारिਆਂ ਨੂੰ इकट्ठा करके एक वड्डा दल बना के
ਲੱਲਾ ਬੇਗ ਚੱਲਿਆ ਹੈ। ਵਜੇ ਸੰਗ ਧੌਂਸਾ ਜੂਝਿਓ ਵੜਿਆ। ਤੇ ਇੱਕ ਵਾਰੀ ਜ਼ੋਰ ਦੇ ਨਾਲ ਨਗਾਰਿਆਂ ਤੇ ਚੋਟ ਵੱਜੀ ਹੈ। ਧੌਂਸੇ ਉੱਚੀ ਆਵਾਜ਼ ਦੇ ਵਿੱਚ ਗਰਜੇ ਹਨ ਤੇ ਕਹਿਣ ਲੱਗੇ ਕਿ ਹੁਣ ਲੜੈ ਬੀਰ ਦੋ ਚਾਵ ਠਾਨੇ ਘਨੇਰਾ। ਜੰਗ ਦੇ ਮੈਦਾਨ ਦੇ ਵਿੱਚ ਮਨ ਦੇ ਵਿੱਚ ਚਾਅ ਧਾਰਨ ਕਰਕੇ ਕਿ ਹੁਣ ਜਾਂ ਤਾਂ ਸਾਡਾ ਅੰਤ ਹੋਏਗਾ ਜਾਂ ਅਸੀਂ ਸਤਿਗੁਰਾਂ ਨੂੰ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦੇਵਾਂਗੇ। ਹੁਣ ਹੋਰ ਕੋਈ ਰਸਤਾ ਨਹੀਂ ਬਚਿਆ। ਮਨ ਦੇ ਵਿੱਚ ਚਾਅ ਲੈ ਕਰਕੇ ਬਹੁਤ ਵੱਡਾ ਅੱਗੇ ਵਧੇ ਹਨ ਔਰ ਇਹਨਾਂ ਨੇ ਜ਼ੋਰ ਦੇ ਨਾਲ ਚੜ੍ਹਾਈ ਕੀਤੀ ਹੈ। ਲੱਖੇ ਪ੍ਰਾਣ ਅੰਤਾ। ਔਰ ਇਹ ਵੀ ਇਹਨਾਂ ਨੂੰ ਪਤਾ ਹੈ ਜੰਗ ਦੇ ਮੈਦਾਨ ਦੇ ਵਿੱਚ ਹੁਣ ਸਾਡੇ ਪ੍ਰਾਣਾਂ ਦਾ ਅੰਤ ਹੋਣ ਵਾਲਾ ਹੈ ਤੇ ਇਸ ਤੋਂ ਪਹਿਲਾਂ ਜੇ ਕਿਤੇ ਸਾਡਾ ਦਾਅ ਲੱਗ ਜਾਵੇ ਤੇ ਛੇਵੇਂ ਪਾਤਸ਼ਾਹ ਜੀ ਨੂੰ ਅਸੀਂ ਖਤਮ ਕਰ ਦੇਵਾਂਗੇ। ਨਾ ਜਾਣਿਓ ਪਰੇ ਆਜ ਖੂਬ ਜਨਤਾ। ਤੇ ਇਹਨਾਂ ਨੂੰ ਪਤਾ ਹੈ ਕਿ ਅੱਜ ਪਤਾ ਨਹੀਂ ਹੈ ਕਿ ਜੰਗ ਦੇ ਮੈਦਾਨ ਦੇ ਵਿੱਚ ਸਾਡਾ ਕੋਈ ਸਾਥੀ ਬਚੇਗਾ ਵੀ ਕਿ ਨਹੀਂ ਬਚੇਗਾ। ਜੇ ਤਾਂ ਸਾਡਾ ਦਾਅ ਚੱਲ ਗਿਆ ਤੇ ਸਤਿਗੁਰਾਂ ਨੂੰ ਅਸੀਂ ਖਤਮ ਕਰ ਦੇਵਾਂਗੇ ਤੇ ਜੇ ਅਸੀਂ ਢਿੱਲੇ ਪੈ ਗਏ ਹੁਣ ਪਾਤਸ਼ਾਹ ਜੀ ਦੀ ਸੈਨਾ ਸਾਨੂੰ ਪਿੱਛੇ ਨਹੀਂ ਜਾਣ ਦੇਵੇਗੀ। ਅੱਜ ਸਾਡਾ ਜੰਗ ਦੇ ਮੈਦਾਨ ਦੇ ਵਿੱਚੋਂ ਬਚਣਾ ਮੁਸ਼ਕਲ ਹੈ। ਤੇ ਸਾਰਿਆਂ ਨੇ ਰਲ ਕੇ ਜ਼ੋਰ ਦੇ ਨਾਲ ਘੋੜੇ ਨੂੰ ਸੋਟੀ ਮਾਰ ਕੇ ਦੌੜਾਇਆ ਹੈ, ਤੇਜ਼ ਕੀਤਾ ਹੈ। ਤੇ ਤਿੱਖੇ ਜਿਹੜੇ ਸ਼ਸਤਰ ਸਨ ਉਹਨਾਂ ਦੇ ਵਾਰ ਤੀਰਾਂ ਦੇ ਗੋਲੀਆਂ ਦੇ ਇਹਨਾਂ ਨੇ ਕੀਤੇ ਹਨ ਤੇ ਕਈਆਂ ਨੇ ਸਿੱਧੇ ਤਿੱਲੇ ਤੇ ਚਾੜ ਕੇ ਤੀਰ ਕਿਨੂੰ ਚਾਂਪ ਲੀਨੇ ਸੋ ਬਾਨੰ ਸਧਾਨੇ। ਕਹਿਣ ਲੱਗੇ ਸਿੱਧੇ ਕਰ ਕਰਕੇ ਬਾਣ ਸਤਿਗੁਰਾਂ ਦੀ ਸੈਨਾ ਦੇ ਉੱਪਰ ਅਖੀਰਲਾ ਇੱਕ ਵੱਡਾ ਹੱਲਾ ਕੀਤਾ ਹੈ। ਤੇ ਕਹਿਣ ਲੱਗੇ ਜਦੋਂ ਇਹਨਾਂ ਦੀ ਸੈਨਾ ਹੋਰ ਨੇੜੇ ਗਈ ਹੈ ਤੇ ਗੁਰੂ ਕੇ ਸਾਥੀਆਂ ਨੂੰ ਜਾਣ ਕੇ ਨੇੜੇ ਤੇ ਫਿਰ ਤਿੱਖੇ ਜਿਹੜੇ ਨੇਜੇ ਸਨ ਉਹਨਾਂ ਦਾ ਵਾਰ ਗੁਰੂ ਕੇ ਸਾਥੀਆਂ ਦੇ ਉੱਪਰ ਵੱਡਾ ਹੱਲਾ ਕੀਤਾ ਹੈ ਤੇ ਬਹੁਤ ਵੱਡਾ ਹੱਲਾ ਕੀਤਾ ਤੇ ਜੰਗ ਦੇ ਮੈਦਾਨ ਦੇ ਵਿੱਚ ਅਖੀਰਲੇ ਹੱਲੇ ਦੇ ਵਿੱਚ ਗੁਰੂ ਔਰ ਲੱਲਾ ਬੇਗ ਦੇ ਸਾਥੀ ਆਪਸ ਵਿੱਚ ਭਿੜੇ ਹਨ ਤੇ ਉੱਚੀ ਉੱਚੀ ਰੌਲਾ ਪਾ ਰਹੇ ਸਨ ਕਿ ਸਤਿਗੁਰਾਂ ਨੂੰ ਜਾਣ ਨਹੀਂ ਦੇਣਾ। ਗਰੀਬਨ ਆਵਾਜ਼ ਤੇ ਵੱਡਾ ਹਮਲਾ ਕਰਕੇ ਜੰਗ ਦੇ ਮੈਦਾਨ ਦੇ ਵਿੱਚ ਖਤਮ ਕਰ ਦਿਓ। ਧਰੈ ਦੇਹ ਨੇਜੇ ਤੇ ਕਹਿਣ ਲੱਗੇ ਉਸ ਵੇਲੇ ਇੱਕ ਦੂਜੇ ਨੂੰ ਲਲਕਾਰ ਰਹੇ ਸਨ। ਕਹਿਣ ਲੱਗੇ ਕਿ ਭਾਈ ਦੀਜੈ ਗਾਹੂ ਕੇ ਪ੍ਰਹਾਰੈ ਜਾਂ ਤਾਂ ਪਕੜ ਲਓ ਤੇ ਜਾਂ ਸਤਿਗੁਰਾਂ ਨੂੰ ਖਤਮ ਕਰ ਦਵੋ ਜੀ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਸਾਹਮਣੇ ਆਪਣੇ ਦਲ ਦੇ ਸਮੇਤ ਤਿਆਰ ਬਰਤਿਆਰ ਖੜੇ ਸਨ। ਗੁਰੂ ਸੂਰ ਠਾਡੇ ਪਿੱਖੇ ਸ਼ਸਤਰ ਆਏ। ਉਹਨਾਂ ਨੇ ਵੇਖਿਆ ਤਿੱਖੇ ਜਿਹੜੇ ਤੀਰ ਸਾਡੇ ਵਾਲੇ ਪਾਸੇ ਆਏ ਹਨ। ਇੱਕ ਵੱਡੇ ਬਚੇ ਹੋਏ ਦਲ ਨੇ ਹਮਲਾ ਕੀਤਾ ਹੈ ਤੇ ਕਹਿਣ ਲੱਗੇ ਕਿ ਭਾਈ ਹੁਣ ਇਹਨਾਂ ਨੂੰ ਅਸੀਂ ਛੱਡਾਂਗੇ ਨਹੀਂ, ਬਾਕੀਆਂ ਦੀ ਤਰ੍ਹਾਂ ਇਹਨਾਂ ਨੂੰ ਵੀ ਮਿੱਟੀ ਦੇ ਵਿੱਚ ਮਿਲਾ ਦੇਵਾਂਗੇ। ਤੇ ਉਸ ਵੇਲੇ ਫਿਰ ਸਤਿਗੁਰਾਂ ਦੇ ਸਾਥੀਆਂ ਨੇ ਗੁਰੂ ਕੇ ਜਰਨੈਲਾਂ ਨੇ ਆਪਣੇ ਆਪਣੇ ਦਲ ਨੂੰ ਇਕੱਠਾ ਕੀਤਾ ਹੈ। ਕਹਿਣ ਲੱਗੇ ਵੱਡੀ ਚੁੰਗ ਬਾਂਧੇ ਮਿਲੇ ਨੇਰ ਕੀਨੇ। ਆਪਣੇ ਆਪਣੇ ਦਲ ਨੂੰ ਇਕੱਠਿਆਂ ਕਰਕੇ ਛੋਟੀਆਂ ਛੋਟੀਆਂ ਟੁਕੜੀਆਂ ਬਣਾ ਕੇ ਮਿਲ ਕੇ ਔਰ ਇਹਨਾਂ ਨੇ ਵੀ ਅੱਗੋਂ ਪ੍ਰਹਾਰ ਕੀਤਾ ਹੈ ਤੇ ਗੁਰੂ ਕੇ ਸਿੱਖਾਂ ਨੇ ਵੀ ਗੋਲੀਆਂ ਦਾ ਤੀਰਾਂ ਦਾ ਵੱਡਾ ਜਿਹੜਾ ਪ੍ਰਹਾਰ ਹੈ ਲੱਲਾ ਬੇਗ ਦੇ ਅਖੀਰਲੇ ਦਲ ਦੇ ਉੱਪਰ ਕੀਤਾ ਹੈ। ਦੋਵਾਂ ਪਾਸਿਆਂ ਤੋਂ ਵੱਡਾ ਜਿਹੜਾ ਭੇੜ ਹੈ ਅਖੀਰਲਾ ਆਰੰਭ ਹੋਇਆ ਹੈ ਤੇ ਬਹੁਤ ਵੱਡੀ ਜਿਹੜੀ ਆਵਾਜ਼ ਹੈ ਉਹ ਪੈਦਾ ਹੋ ਰਹੀ ਹੈ ਸ਼ਸਤਰਾਂ ਦੇ ਨਾਲ, ਤੀਰਾਂ ਦੇ ਨਾਲ, ਨੇਜਿਆਂ ਦੇ ਨਾਲ ਤੇ ਇੱਕ ਦੂਜੇ ਦੇ ਉੱਪਰ ਹੱਲਾ ਵੱਡੇ ਜਰਨੈਲਾਂ ਨੇ ਕੀਤਾ ਹੈ ਤੇ ਬੜੇ ਤਿੱਖੇ ਤਿੱਖੇ ਤੀਰ ਔਰ ਅਨੇਕਾਂ ਤਰ੍ਹਾਂ ਦੇ ਖਤਰਨਾਕ ਸ਼ਸਤਰ ਜਿਹੜੇ ਬਚਾਏ ਹੋਏ ਸਨ, ਰੱਖੇ ਸਨ,
ਅਖੀਰ ਵਾਲਾ ਸਿਖਰ ਵਾਲਾ ਸਮਾਂ ਜਾਣ ਕਰਕੇ ਹਰੇਕ ਤਰ੍ਹਾਂ ਦਾ ਯਤਨ ਦੋਵਾਂ ਦਲਾਂ ਨੇ ਕੀਤਾ ਹੈ। ਤੇ ਕਹਿਣ ਲੱਗੇ ਹੁਣ ਬੜੇ ਤੇਜ਼ੀ ਦੇ ਨਾਲ ਵੱਡੇ ਵਾਰ ਲੱਗਣ ਕਰਕੇ ਤੇ ਦੁਸ਼ਮਣਾਂ ਦੇ ਔਰ ਗੁਰੂ ਕੇ ਸਿੱਖਾਂ ਦੇ ਸਰੀਰਾਂ ਦੇ ਵਿੱਚੋਂ ਤੇਜ਼ੀ ਦੇ ਨਾਲ ਲਹੂ ਜਿਹੜਾ ਵਹਿਣਾ ਉਹ ਸ਼ੁਰੂ ਹੋ ਗਿਆ ਹੈ। ਤੇ ਜਿਉਂ-ਜਿਉਂ ਵਾਰ ਲੱਗਦੇ ਹਨ ਤੇ ਦੁਸ਼ਮਣ ਇੱਕ ਤਾਂ ਅਖੀਰਲਾ ਸਮਾਂ ਹੈ, ਇੱਕ ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਜਦੋਂ ਕੋਈ ਵਾਰ ਲੱਗਦਾ ਹੈ ਇਹਨਾਂ ਦਾ ਗੁੱਸਾ ਵੀਰ ਰਸ ਦੁੱਗਣਾ ਤੇ ਚੌਗਣਾ ਹੋ ਜਾਂਦਾ ਹੈ। ਤੇ ਕਹਿਣ ਲੱਗੇ ਜਦੋਂ ਸਿੱਧੇ ਚੱਲ ਕੇ ਆਉਂਦੇ ਹਨ ਵਾਰ ਲੱਗਦਾ ਹੈ ਤੇ ਧੜ ਸਿਰਾਂ ਤੋਂ ਹੀਣੇ ਹੋ ਜਾਂਦੇ ਹਨ। ਤੇ ਕਈ ਵਾਰ ਆਪਣੇ ਇੱਕ ਦੂਜੇ ਤੇ ਦਲ ਦੇ ਉੱਪਰ ਆਪਸ ਦੇ ਵਿੱਚ ਵੱਡੇ ਜਿਹੜੇ ਭੇੜ ਇਹਨਾਂ ਜਰਨੈਲਾਂ ਦੇ ਸ਼ੁਰੂ ਹੋਏ ਹਨ। ਤੇ ਕਹਿਣ ਲੱਗੇ ਪਰੀ ਕੂਪ ਭਾਰੀ ਸੁਣੈ ਦੂਰ ਜੋਈ। ਉੱਚੀ ਜਿਹੜੀ ਆਵਾਜ਼ ਹੈ ਦੂਰ ਦੂਰ ਤੱਕ ਗੂੰਜ ਰਹੀ ਹੈ। ਇੱਕ ਦੂਜੇ ਨੂੰ ਲਲਕਾਰ ਰਹੇ ਸਨ ਕਿ ਭਾਈ ਪਕੜ ਲਓ, ਖਤਮ ਕਰ ਦਿਓ। ਦੋਨਾਂ ਦਲਾਂ ਨੇ ਅੱਗੇ ਵੱਧ ਕੇ ਵਾਰ ਕੀਤੇ ਹਨ। ਤੇ ਜਦੋਂ ਸੂਰਮੇ ਨੇੜੇ ਆ ਗਏ ਤੇ ਜਿਹਦੇ ਸਰੀਰ ਦੇ ਵਿੱਚ ਗੋਲੀ ਲੱਗਦੀ ਹੈ, ਤੀਰ ਲੱਗਦਾ ਹੈ, ਨੇਜੇ ਬਰਸ਼ੇ ਦਾ ਵਾਰ ਲੱਗਦਾ ਹੈ, ਉਸੇ ਵੇਲੇ ਪ੍ਰਾਣਾਂ ਤੋਂ ਹੀਣਾ ਹੋ ਕੇ ਜੰਗ ਦੇ ਮੈਦਾਨ ਦੇ ਵਿੱਚ ਸੂਰਮਾ ਡਿੱਗ ਜਾਂਦਾ ਹੈ, ਪ੍ਰਾਣਾਂ ਤੋਂ ਹੀਣਾ ਹੋ ਜਾਂਦਾ ਹੈ। ਤੇ ਬਹੁਤ ਵੱਡਾ ਯੁੱਧ ਮਚਿਆ ਹੈ। ਛੇਵੇਂ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਨੰਦ ਦੇ ਵਿੱਚ ਲੜ ਰਹੇ ਹਨ। ਤੇ ਸਤਿਗੁਰੂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣਾ ਜਿਹੜਾ ਭਾਰੀ ਤੇ ਸਖਤ ਜਿਹੜਾ ਧਨੁੱਖ ਹੈ ਉਹ ਲਿਆ ਹੈ। ਲਿਓ ਚਾਂਪ ਗਾਢੋ। ਤੇ ਕਹਿਣ ਲੱਗੇ ਉਹਦੇ ਵਿੱਚ ਵੱਡੇ ਵੱਡੇ ਚੌੜੇ ਜਿਹੜੇ ਤੀਰ ਸਨ ਉਹਨਾਂ ਨੂੰ ਚੜਾਇਆ ਹੈ। ਤਜੇ ਤੀਰ ਬਰਿੰਦੇ। ਤੇ ਕਈ ਤੀਰ ਸਤਿਗੁਰਾਂ ਨੇ ਇਕੱਠੇ ਜੰਗ ਦੇ ਮੈਦਾਨ ਦੇ ਵਿੱਚ ਕਾਲੀ ਨਾਲ ਚਲਾਏ ਹਨ। ਤੇ ਭਾਈ ਜੋਧ ਨੂੰ ਛੇਵੇਂ ਪਾਤਸ਼ਾਹ ਜੀ ਨੇ ਬਚਨ ਕੀਤਾ ਹੈ ਕਿ ਹੇ ਜੋਧ, ਬਹੁਤ ਵੱਡਾ ਜੰਗ ਤੂੰ ਰਾਤ ਵੇਲੇ ਵੀ ਦੁਸ਼ਮਣਾਂ ਦੇ ਨਾਲ ਕੀਤਾ ਹੈ। ਕਹਿਣ ਲੱਗੇ ਹੁਣ ਅੱਗੇ ਜੰਗ ਦੇ ਮੈਦਾਨ ਦੇ ਵਿੱਚ ਜਾਣ ਦੀ ਲੋੜ ਨਹੀਂ ਹੈ। ਕਹਿਣ ਲੱਗੇ ਅੱਗੇ ਨਾ ਜਾਓ ਜੰਗ ਦੇ ਮੈਦਾਨ ਦੇ ਵਿੱਚ, ਇੱਥੇ ਖੜ ਕੇ ਲੜੋ ਜੀ। ਤੇ ਕਹਿਣ ਲੱਗੇ ਵੱਡੀ ਰਾਤ ਤੁਸੀਂ ਦੁਸ਼ਮਣਾਂ ਦੀ ਬਹੁਤ ਵੱਡੀ ਸੈਨਾ ਦਾ ਨੁਕਸਾਨ ਕੀਤਾ ਹੈ। ਬਹੁਤ ਜ਼ਿਆਦਾ ਖਪਾਏ ਮਾਰੇ ਗੱਡੇ ਔਰ ਪ੍ਰਾਣਾਂ ਤੋਂ ਹੀਣੇ ਤੁਸੀਂ ਕੀਤੇ ਹਨ। ਤੇ ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਜੰਗ ਦੇ ਮੈਦਾਨ ਦੇ ਵਿੱਚ ਲੜ ਰਹੇ ਹਨ। ਤੇ ਸਤਿਗੁਰਾਂ ਨੇ ਬਚਨ ਕੀਤਾ ਹੈ। ਕਹਿਣ ਲੱਗੇ ਹੇ ਰਾਏ ਜੋਧ, ਹੁਣ ਤਾਂ ਸ਼ਤਰੂ ਦਾ ਅੰਤ ਹੋ ਚੁੱਕਾ ਹੈ। ਭਇਓ ਅੰਤ ਸ਼ਤਰੂ ਜੀਤੇ ਸੋ ਧੀਰੇ। ਕਹਿਣ ਲੱਗੇ ਕਿ ਭਾਈ ਹੁਣ ਜੰਗ ਦੇ ਮੈਦਾਨ ਦੇ ਵਿੱਚ ਸਾਡੀ ਜਿੱਤ ਹੋਣ ਵਾਲੀ ਹੈ। ਹੇ ਰਾਏ ਜੋਧ, ਰਾਤ ਵੀ ਬਹੁਤ ਵੱਡਾ ਮੁਕਾਬਲਾ ਹੋਇਆ ਹੈ ਤੇ ਦੁਸ਼ਮਣਾਂ ਦੇ ਵਿੱਚ ਅੱਗੇ ਵਧਣਾ ਇਸ ਵੇਲੇ ਠੀਕ ਨਹੀਂ ਹੈ। ਪਿੱਛੇ ਹੋ ਕੇ ਲੜੋ, ਅਸੀਂ ਅੱਗੇ ਹਾਂ। ਤੇ ਸਾਡੇ ਹੁਣ ਜ਼ੋਰ ਤੇ ਸਾਡੇ ਤੀਰਾਂ ਦਾ ਜਿਹੜਾ ਹਾਲ ਹੈ ਦੁਸ਼ਮਣਾਂ ਦਾ ਹੋਏਗਾ ਉਹ ਤੱਕੋ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਆਪ ਅੱਗੇ ਡਟੇ ਹੋਏ ਹਨ ਤੇ ਜਿਹੜੇ ਬਾਕੀ ਦੇ ਜਰਨੈਲ ਹਨ ਉਹਨਾਂ ਨੂੰ ਸਤਿਗੁਰਾਂ ਨੇ ਪਿੱਛੇ ਕਰ ਦਿੱਤਾ ਹੈ। ਆਪ ਸਤਿਗੁਰੂ ਜੀ ਦਲ ਦੀ ਅਗਵਾਈ ਕਰ ਰਹੇ ਹਨ। ਕੱਲ੍ਹ ਵਾਲੇ ਸਮੇਂ ਦੇ ਵਿੱਚ ਜੰਗ ਦਾ ਜਿਸ ਤਰ੍ਹਾਂ ਅੰਤ ਹੋਏਗਾ ਆਪਾਂ ਭਾਵਨਾ ਸਹਿਤ ਸਰਵਣ ਕਰਾਂਗੇ। ਆਪ ਸਮੂਹ ਸੰਗਤ ਦਾ ਸ਼ੁਕਰਾਨਾ ਧੰਨਵਾਦ। ਸਹਿਬ ਪਾਤਸ਼ਾਹ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਦੇ ਵਿੱਚ, ਪਾਤਸ਼ਾਹ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਦੇ ਵਿੱਚ ਭਾਵਨਾ ਸਹਿਤ ਹਾਜ਼ਰੀ ਭਰ ਰਹੇ ਹਾਂ। ਔਰ ਸੰਗਰਾਂਦ ਦਾ ਦਿਨ ਹੈ। ਗਰੀਬ ਨਿਵਾਜ ਸਤਿਗੁਰੂ ਜੀ ਰਹਿਮਤ ਕਰਨ, ਕਿਰਪਾ ਕਰਨ, ਸਭ ਸੰਗਤਾਂ ਦੀ ਹਾਜ਼ਰੀ ਅਰਦਾਸ ਪ੍ਰਵਾਨ ਕਰਨ। ਰੋਜ਼ਾਨਾ ਆਪਾਂ ਕੁਝ ਕੁ ਸਮਾਂ ਸਿਮਰਨ ਦੇ ਵਿੱਚ ਹਾਜ਼ਰੀ ਭਰਦੇ ਹਾਂ। ਤੰਦਰੁਸਤੀ ਵਾਸਤੇ, ਜਗਤ ਜਲੰਦੇ ਦੀ ਚੜ੍ਹਦੀ ਕਲਾ ਵਾਸਤੇ, ਸਰਬੱਤ ਦੇ ਭਲੇ ਵਾਸਤੇ ਸਮੂਹ ਸੰਗਤ ਨੂੰ ਬੇਨਤੀ ਹੈ ਕੁਝ ਕੁ ਸਮੇਂ ਵਾਸਤੇ, ਕੁਝ ਕੁ ਮਿੰਟਾਂ ਵਾਸਤੇ ਆਪਾਂ ਆਓ ਸਿਮਰਨ ਦੇ ਵਿੱਚ ਹਾਜ਼ਰੀ ਭਰੀਏ। ਉਸ ਤੋਂ ਬੇਨਤੀ ਹੈ
कल तो जिहड़ा समा है ਉਹਦੇ ਵਿੱਚ ਬਦਲਾਅ ਕੀਤਾ ਗਿਆ ਹੈ। जिस तरह ਪਹਿਲਾਂ कथा ਦਾ ਸਮਾਂ 5:15 ਤੋਂ है, कल तो 5:30 ਤੋਂ शाम वेले जिहड़ी कथा की आरंभता होएगी। संबंधित गुरमुख प्यारे ये बेनती नोट कर लैण जी। आओ सारी संगत नूं बेनती है कि कुछ कुछ समा सिमरन दे विच हाज़री भरीए जी। वाहेगुरु 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 नानक नाम चढ़दी कला तेरे भाने सरबत दा भला। वाहिगुरु जी का खालसा वाहिगुरु जी की फतेह। सिख धर्म की हर गतिविधि ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।